ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਦਬਾਓ। ਸਤਿ ਸ਼੍ਰੀ ਅਕਾਲ ਜੀ। ਸਿਟੀ ਲਾਈਵ ਵੱਲੋਂ ਅੱਜ ਤੁਹਾਨੂੰ ਇੱਕ ਵਾਰੀ ਫਿਰ ਰੂਬਰੂ ਕਰਵਾਉਣ ਜਾ ਰਹੇ ਹਾਂ ਹਲਕਾ ਦਾਖਾ ਦੇ ਪਿੰਡ ਤਲਵੰਡੀ ਕਲਾਂ ਦੇ ਮੌਜੂਦਾ ਸਰਪੰਚ ਸਰਦਾਰ ਹਰਬੰਸ ਸਿੰਘ ਜੀ ਖਾਲਸਾ ਜੀ ਦੇ ਨਾਲ। ਆਓ ਗੱਲਬਾਤ ਕਰਦੇ ਹਾਂ ਸਰਦਾਰ ਹਰਬੰਸ ਸਿੰਘ ਖਾਲਸਾ ਜੀ ਦੇ ਨਾਲ ਉਹਨਾਂ ਦੇ ਪਿੰਡਾਂ ਦੇ ਵਿਕਾਸ ਕੰਮਾਂ ਦੇ ਮੁੱਦਿਆਂ ਨੂੰ ਲੈ ਕੇ। ਉਸ ਤੋਂ ਪਹਿਲਾਂ ਗੱਲਬਾਤ ਕਰਾਂਗੇ ਹਰਬੰਸ ਸਿੰਘ ਖਾਲਸਾ ਜੀ ਦੇ ਨਾਲ ਉਹਨਾਂ ਦੀ ਸਰਪੰਚੀ ਨੂੰ ਲੈ ਕੇ। ਸਭ ਤੋਂ ਪਹਿਲਾਂ ਤਾਂ ਸਿਟੀ ਲਾਈਵ ਕੰਨਿਓ ਵਾਹਿਗੁਰੂ ਜੀ ਕਾ ਖਾਲਸਾ ਧੰਨ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਿਟੀ ਲਾਈਵ ਚੈਨਲ ਦੀ ਪੂਰੀ ਟੀਮ ਨੂੰ ਗ੍ਰਾਮ ਪੰਚਾਇਤ ਤਲਵੰਡੀ ਕਲਾਂ ਵੱਲੋਂ ਜੀ ਆਇਆਂ ਜੀ। ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਜੇਕਰ ਗੱਲ ਕਰੀਏ ਆਪਾਂ ਤੁਹਾਡੇ ਪਿੰਡ ਦੀ, ਉਸ ਤੋਂ ਪਹਿਲਾਂ ਆਪਾਂ ਗੱਲਬਾਤ ਤੁਹਾਡੇ ਨਾਲ ਕਰਨਾ ਚਾਹਾਂਗੇ ਕੁਝ ਖਾਲਸਾ ਪੰਥ ਦੀ। ਇੱਥੇ ਸਾਨੂੰ ਇੱਕ ਨਿਸ਼ਾਨੀ ਜੋ ਨਜ਼ਰ ਆਈ, ਜੇਕਰ ਗੱਲ ਕਰੀਏ ਅੱਜ ਦੇ ਸਮੇਂ ਵਿੱਚ ਗੱਲ ਜੇਕਰ ਹੁੰਦੀ ਹੈ ਖਾਲਸਾ ਦੀ, ਤਾਂ ਉਸ ਸ਼ਬਦ ਦਾ ਜੋ ਨਾਮ ਹੈ ਉਹ ਲਿਆ ਜਾਂਦਾ ਹੈ। ਤੇ ਤੁਹਾਡੇ ਦਫ਼ਤਰ ਦੇ ਅੰਦਰ ਜਿਸ ਤਰ੍ਹਾਂ ਹੀ ਅਸੀਂ ਐਂਟਰ ਹੋਏ, ਪਹਿਲਾਂ ਹੀ ਸਾਨੂੰ ਦਫ਼ਤਰ ਨਜ਼ਰ ਆਇਆ ਜਿੱਥੇ ਸਰਪੰਚ ਦੇ ਦਫ਼ਤਰ ਦੇ ਅੰਦਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਜੀ ਦੀ ਫੋਟੋ ਲੱਗੀ ਹੋਈ ਹੈ। ਤੇ ਅਸੀਂ ਚਾਹਾਂਗੇ ਕਿ ਦੋ ਸ਼ਬਦ ਪਹਿਲਾਂ ਤਾਂ ਆਪਾਂ ਖਾਲਸਾ ਪੰਥ ਲਈ ਸਾਡੇ ਨੌਜਵਾਨਾਂ ਨੂੰ ਇੱਕ ਸੁਨੇਹਾ ਦਿਓ ਕਿ ਉਹ ਖਾਲਸਾ ਦੇ ਨਾਲ ਜੁੜਨ। ਠੀਕ ਹੈ ਜੀ। ਜਿਸ ਤਰ੍ਹਾਂ ਦੀ ਖਾਲਸੇ ਦਾ ਇਤਿਹਾਸ ਆਪਾਂ ਕਿ ਜਾਬਰ ਅਤੇ ਜ਼ੁਲਮ ਦੇ ਨਾਲ ਜਦੋਂ ਵੀ ਅਸੀਂ ਲੜੇ ਹਾਂ, ਸਾਨੂੰ ਇਸ ਰਿਮੋਰ ਇਤਿਹਾਸ ਤੋਂ ਸੇਧ ਲੈ ਕੇ ਸਾਡੇ ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖੀ ਦੀ ਜਿਹੜੀ ਦਾਤ ਆ ਉਹ ਬਖਸ਼ਿਸ਼ ਕੀਤੀ ਸੀ। ਖਾਲਸੇ ਤੋਂ ਭਾਵ ਖਾਲਸ, ਜਿਹਦੇ ਵਿੱਚ ਹਰ ਇੱਕ ਮਜ਼ਹਬ ਹਰ ਇੱਕ ਧਰਮ ਆ ਜਾਂਦਾ। ਕਿਉਂਕਿ ਆਪਾਂ ਜੇ ਗੱਲ ਕਰੀਏ ਕਿ ਪ੍ਰਮਾਤਮਾ ਇੱਕ ਹੈ, ਗੋਡ ਇਜ਼ ਵਨ, ਹਰ ਜਗ੍ਹਾ ਆਪਾਂ ਲਿਖਿਆ ਵੀ ਪੜ੍ਹਦੇ ਹਾਂ ਅਤੇ ਹੈ ਵੀ ਸੱਚ, ਨਹੀਂ ਪ੍ਰਮਾਤਮਾ ਇੱਕੋ ਹੀ ਆ। ਪਰ ਅਸੀਂ ਜੇ ਪ੍ਰਮਾਤਮਾ ਇੱਕ ਆ ਤਾਂ ਧਰਮ ਵੀ ਇੱਕੋ ਹੀ ਆ। ਇਸ ਕਰਕੇ ਖਾਲਸਾ ਪੰਥ ਦੀ ਸਿਰਜਣਾ ਜਿਹੜੀ ਕਰੀ ਗਈ ਸੀ ਅਲੱਗ-ਅਲੱਗ ਮਜ਼ਹਬਾਂ ਦੇ ਵਿੱਚੋਂ ਪੰਜ ਪਿਆਰੇ ਸਾਹਿਬਾਨ ਸਾਜ ਕੇ ਇੱਕ ਮਨੁੱਖਤਾ ਨੂੰ ਸਮਾਨਤਾ ਦੇਣ ਲਈ, ਬਰਾਬਰਤਾ ਕਰਨ ਦੇ ਲਈ ਖਾਲਸਾ ਸਾਜਿਆ ਗਿਆ ਸੀ। ਸੋ ਉਸੇ ਅਕਾਲ ਪੁਰਖ ਵਾਹਿਗੁਰੂ ਦੀ ਦਾਤ ਮਿਹਰ ਸਦਕਾ ਅਸੀਂ ਅੱਜ ਇਹ ਬਾਣੇ ਦੇ ਵਿੱਚ ਹਾਂ ਅਤੇ ਜਿੰਨੀ ਕੁ ਸੇਵਾ ਉਹ ਨਿਭਾ ਰਹੇ ਹਾਂ ਜੀ। ਸਿਟੀ ਲਾਈਵ ਵੱਲੋਂ ਦਰਸ਼ਕਾਂ ਨੂੰ ਇੱਥੇ ਇੱਕ ਗੱਲ ਅਸੀਂ ਵੀ ਕਹਿਣਾ ਚਾਹਾਂਗੇ ਕਿ ਸਰਪੰਚ ਸਰਦਾਰ ਹਰਬੰਸ ਸਿੰਘ ਖਾਲਸਾ ਜੀ ਨੇ ਬੜੇ ਹੀ ਸੋਹਣੇ ਸ਼ਬਦਾਂ ਦੇ ਵਿੱਚ ਖਾਲਸਾ ਦਾ ਜੋ ਰੂਪ ਦੱਸਿਆ ਕਿ ਖਾਲਸਾ ਤੋਂ ਭਾਵ ਹੈ ਖਾਲਸ। ਜਦੋਂ ਗੱਲ ਆਉਂਦੀ ਹੈ ਖਾਲਸਾ ਦੀ ਜਾਂ ਜਦੋਂ ਸ਼ਬਦ ਆਉਂਦਾ ਖਾਲਿਸਤਾਨੀ, ਤਾਂ ਦੈਨ ਲੋਕਾਂ ਦੇ ਦਿਮਾਗ 'ਚ ਸਿਰਫ ਤੇ ਸਿਰਫ ਇੱਕ ਫਿਰਕਾ ਪ੍ਰਸਤੀ ਸੋਚਾਂ ਜਿਹੜੀਆਂ ਨੇ ਉਡਾਰੂ ਹੋ ਜਾਂਦੀਆਂ ਨੇ। ਪਰ ਪਿੰਡ ਤਲਵੰਡੀ ਕਲਾਂ ਦੇ ਮੌਜੂਦਾ ਸਰਪੰਚ ਸਰਦਾਰ ਹਰਬੰਸ ਸਿੰਘ ਖਾਲਸਾ ਜੀ ਇਸ ਸਮੇਂ ਆਪਣੇ ਪਿੰਡ ਦੇ ਵਿੱਚ ਜੋ ਸਰਪੰਚ ਦੇ ਅਹੁਦੇ ਦੇ ਉੱਤੇ ਸੇਵਾ ਨਿਭਾ ਰਹੇ ਨੇ, ਉਹ ਬਿਲਕੁਲ ਹੀ ਖਾਲਸਾ ਪੰਥ ਦੇ ਜੇਕਰ ਦੇਖਿਆ ਜਾਵੇ, ਇਹਨਾਂ ਨੇ ਉਹ ਨਿਯਮ ਰੈਗੂਲੇਸ਼ਨ ਜੋ ਨੇ ਆਪਣੇ ਪਿੰਡ ਦੇ ਵਿੱਚ ਵੀ ਦਿੱਤੇ ਹੋਏ ਨੇ। ਉਹਨੇ ਇਹਨਾਂ ਦੇ ਪਰਿਵਾਰ ਦੇ ਵਿੱਚ ਵੀ ਇਹ ਚੀਜ਼ ਸਾਡੀ ਟੀਮ ਨੇ ਮਹਿਸੂਸ ਕੀਤੀ ਕਿ ਖਾਲਸ ਔਰ ਖਾਲਸ ਦਾ ਸ਼ਬਦ ਸਰਪੰਚ ਸਾਹਿਬ ਦੱਸ ਚੁੱਕੇ ਨੇ। ਆਓ ਗੱਲਬਾਤ ਕਰਦੇ ਹਾਂ ਸਰਪੰਚ ਹਰਬੰਸ ਸਿੰਘ ਖਾਲਸਾ ਜੀ ਦੇ ਨਾਲ। ਉਹਨਾਂ ਦੇ ਪਿੰਡ ਦੇ ਵਿੱਚ ਜਦੋਂ ਸਰਪੰਚੀ ਦੀ ਚੋਣ ਹੋਈ, ਜਦੋਂ ਤੁਹਾਡੇ ਪਿੰਡ ਦੇ ਵਿੱਚ ਸਰਪੰਚ ਦੀ ਤੁਹਾਡੀ ਚੋਣ ਹੋਈ, ਤਾਂ ਉਸ ਸਮੇਂ ਤੁਹਾਡੇ ਪਿੰਡ ਦੀਆਂ ਕੁੱਲ ਵੋਟਾਂ ਕਿੰਨੀਆਂ ਭੁਗਤੀਆਂ? ਹਾਂਜੀ ਮੈਡਮ, ਪਹਿਲਾਂ ਮੈਂ ਵੀ ਦਿੰਦਾ ਜਵਾਬ। ਪਹਿਲਾਂ ਤੁਸੀਂ ਜ਼ਿਕਰ ਕੀਤੇ ਬਾਬਾ ਜਰਨੈਲ ਸਿੰਘ ਜੀ ਦਾ, ਸਿਰਫ ਇੱਕ ਮਿੰਟ ਮੈਂ ਤੁਹਾਡਾ ਲੈਣਾ ਜੀ। ਇੱਕ ਤਾਜ਼ਾ ਘਟਨਾਵਾਂ ਜੀ ਯੂਪੀ ਸਟੇਟ ਦੇ ਵਿੱਚ ਸਾਡੀ ਬੱਚੀ 18-19 ਸਾਲ ਦੀ ਮਨੀਸ਼ਾ ਜੀ, ਜਿਨ੍ਹਾਂ ਦੇ ਨਾਲ ਬਹੁਤ ਵੱਡਾ ਜ਼ੁਲਮ ਹੋਇਆ ਜੀ। ਜੇਕਰ ਗੱਲ ਬਾਬਾ ਜਰਨੈਲ ਸਿੰਘ ਜੀ ਦੀ ਕਰੀਏ ਤਾਂ ਉਹਨਾਂ ਦੇ ਜਦੋਂ ਆਪਾਂ ਸਪੀਚ ਸੁਣਦੇ ਹਾਂ ਜਾਂ ਉਹਨਾਂ ਦੀ ਹਿਸਟਰੀ ਨੂੰ ਪੜ੍ਹੀਏ ਤਾਂ ਇੱਕੋ ਗੱਲ 'ਤੇ ਜ਼ੋਰ ਦਿੰਦੇ ਸੀ ਕਿ ਚਾਹੇ ਬੇਟੀ ਹਿੰਦੂ ਦੀ ਹੈ ਚਾਹੇ ਮੁਸਲਮਾਨ ਦੀ ਆ, ਉਹ ਹਰ ਇੱਕ ਇਨਸਾਨ ਦੀ ਬੱਚੀ ਆ, ਸਾਡੇ ਸਿੱਖ ਦੀ ਬੱਚੀ ਆ। ਸੋ ਉਹਨਾਂ ਦੀ ਜਿਹੜੀ ਸੋਚ ਸੀ ਬੜੀ ਉੱਤਮ ਸੋਚ ਸੀ। ਪਰ ਅਸੀਂ ਕਿਤੇ ਨਾ ਕਿਤੇ ਘਟੀਆ ਰਾਜਨੀਤੀ ਦੇ ਧੱਕੇ ਚੜ੍ਹ ਕੇ ਇਹੋ ਜਿਹੇ ਜਿਹੜੇ ਕੌਮ ਦੇ ਹੀਰੇ ਸੀ, ਇੱਕ ਸਮਾਜ ਦੇ ਹੀਰੇ ਸੀ, ਪੂਰੀ ਮਨੁੱਖਤਾ ਦੇ ਲਈ ਜਿਨ੍ਹਾਂ ਨੇ ਕੁਰਬਾਨੀ ਕੀਤੀ, ਉਹਨਾਂ ਨੂੰ ਕਿਤੇ ਨਾ ਕਿਤੇ ਅਸੀਂ ਇੱਕ ਫਿਰਕੇ ਨਾਲ ਜੋੜ ਕੇ ਦੇਖਣ ਲੱਗ ਗਏ। ਇੱਕ ਸਾਡੀ ਬਦਕਿਸਮਤੀ ਸੀਗੀ ਜੀ। ਇੱਕ ਉਹਨਾਂ ਤੋਂ ਅਸੀਂ ਉਹਨਾਂ ਦੇ ਗੁਣਾਂ ਦੇ ਵਿੱਚੋਂ ਲੈ ਕੇ ਜਿਹੜਾ ਅਸੀਂ ਪਿੰਡ ਨੂੰ ਚਲਾ ਰਹੇ ਹਾਂ, ਸਾਡੇ ਇਤਿਹਾਸ ਦੇ ਵਿੱਚੋਂ ਸਾਡੀ ਗੁਰਬਾਣੀ ਤੋਂ ਲੈ ਕੇ ਅੱਗੇ ਜਿਹੜੀ ਜੋ ਵੀ ਜਿਸ ਤਰ੍ਹਾਂ ਤੁਸੀਂ ਗੱਲ ਕਰੋਗੇ ਪਿੰਡ ਨੂੰ ਜੋ ਖਾਲਸੇ ਦਾ ਰੂਪ ਦੇਣ ਦੀ ਸਾਡੀ ਜਿਹੜੀ ਕੋਸ਼ਿਸ਼ ਹੈ, ਉਹ ਸਾਰੀ ਸਾਨੂੰ ਜਿਹੜੀ ਸੇਧ ਆ ਬਾਬਾ ਜਰਨੈਲ ਸਿੰਘ ਜੀ ਵਰਗੇ ਕੌਮ ਦੇ ਯੋਧਿਆਂ ਤੋਂ ਅਤੇ ਸਾਡੇ ਸਿਰਮੌਰ ਇਤਿਹਾਸ ਦੇ ਵਿੱਚੋਂ ਹੀ ਹੈ ਜੀ। ਜਿਹੜੀ ਵੋਟ ਦੀ ਪੋਲਿੰਗ ਹੋਈ ਸੀਗੀ ਜੀ, ਉਹ ਤਕਰੀਬਨ 1750 ਵੋਟ ਪੋਲ ਹੋਈ ਸੀਗੀ ਜੀ ਭੈਣੇ। 2200 ਵੋਟ ਜਿਹੜੀ ਸਾਡੇ ਪਿੰਡ ਦੇ ਟੋਟਲ ਵੋਟ ਆ, ਅਤੇ 4 ਕੈਂਡੀਡੇਟ ਜਿਹੜੇ ਖੜ੍ਹੇ ਸੀਗੇ ਸਰਪੰਚੀ ਦੇ ਵਿੱਚ ਜੀ, ਜਿਹਦੇ ਵਿੱਚੋਂ 733 ਵੋਟਾਂ ਮੈਨੂੰ ਪ੍ਰਾਪਤ ਹੋਈਆਂ ਸੀਗੀਆਂ ਜੀ। ਸੈਕਿੰਡ 'ਤੇ ਸੀਗੇ ਜਿਹੜੇ 485 ਜੀ,
3rd ਤੇ 274 ਤੇ 4 ਨੰਬਰ ਤੇ 210 ਜੀ। ਇਹ ਰਿਜ਼ਲਟ ਸੀਗੇ। ਚਲੋ ਇਲੈਕਸ਼ਨ ਬਣੀ ਹੋਈ ਆ, ਪਰ ਸੰਗਤ ਨੇ ਜਿਹੜੀ ਸੇਵਾ ਸੀਗੀ ਉਹ ਸਾਨੂੰ ਬਖਸ਼ਿਸ਼ ਕੀਤੀ। ਉਸ ਤੋਂ ਬਾਅਦ ਸਾਡਾ ਕਿਸੇ ਨਾਲ ਕੋਈ ਨਫ਼ਰਤ ਨਹੀਂ ਰਹੀ, ਨਾ ਜੇ ਕੋਈ ਕੈਂਡੀਡੇਟ ਹਾਰ ਵੀ ਗਿਆ ਉਹਨੂੰ ਅਸੀਂ ਹਮੇਸ਼ਾ ਬਰਾਬਰ ਰੱਖਣ ਦੀ ਕੋਸ਼ਿਸ਼ ਕੀਤੀ ਹੈ ਜੀ। ਤੇ ਪਿੰਡ ਦੇ ਵਿਕਾਸ ਨੂੰ ਮੁੱਖ ਰੱਖ ਕੇ ਜੀ ਅਸੀਂ ਚੱਲ ਰਹੇ ਹਾਂ। ਤੇ ਜੇਕਰ ਆਪਾਂ ਤੁਹਾਡੇ ਸਰਪੰਚ ਦੇ ਅਹੁਦੇ ਦੀ ਗੱਲ ਕਰੀਏ, ਜਦੋਂ ਤੁਹਾਡੇ OSD ਸੰਦੀਪ ਸੰਧੂ ਜੀ ਦੇ ਕੋਲ ਸਾਰਾ ਸਰਪੰਚ ਭਾਈਚਾਰਾ ਚੇਅਰ ਦੇ ਉੱਤੇ ਬੈਠਾ ਹੁੰਦਾ ਹੈ, ਤਾਂ ਤਲਵੰਡੀ ਕਲਾਂ ਦੇ ਜੋ ਸਰਦਾਰ ਹਰਬੰਸ ਸਿੰਘ ਖਾਲਸਾ ਜੀ ਹੈ, ਉਹਨਾਂ ਦੀ ਇੱਕ ਵੱਖਰੀ ਪਹਿਚਾਣ ਹੈ। ਸੋ ਦੈਨ ਉਸ ਟਾਈਮ ਤੁਸੀਂ ਕਿਹੋ ਜਿਹਾ ਫੀਲ ਕਰਦੇ ਹੋ, ਕਿਉਂਕਿ ਤੁਹਾਡਾ ਬਾਣਾ ਵੱਖਰਾ। ਇਹ ਗੁਰੂ ਸਾਹਿਬ ਦੇ ਬਚਨੇ ਹੀ ਖਾਲਸਾ ਮੇਰੋ ਰੂਪ ਹੈ ਖਾਸ ਜੀ। ਖਾਲਸੇ ਮੈਂ ਹੂੰ ਕਰੂੰ ਨਿਵਾਸ। ਤੇ ਪਰ ਅਗਲਾ ਜਿਹੜਾ ਬਚਨਾ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ। ਇਹ ਸਮਾਜ ਦੇ ਵਿੱਚ ਜੇ ਕਿਸੇ ਨੂੰ ਸਤਿਕਾਰ ਮਿਲਦਾ ਤਾਂ ਉਹ ਕਿਰਦਾਰ ਕਰਕੇ, ਜੇ ਸਾਡਾ ਕਿਰਦਾਰ ਵਧੀਆ ਹੋਊਗਾ ਪਿੰਡ ਪ੍ਰਤੀ ਜਾਂ ਸਮਾਜ ਪ੍ਰਤੀ, ਹਰੇਕ ਭੈਣ ਪ੍ਰਤੀ ਸਾਡੀ ਜਿਹੜੀ ਸੋਚ ਵਧੀਆ ਹੋਊਗੀ ਜੀ, ਤਾਂ ਉਹ ਸਤਿਕਾਰ ਆ ਜੋ ਹਰ ਇੱਕ ਜਗ੍ਹਾ। ਮੈਂ ਕਹਿੰਦਾ ਬਾਣੇ ਦਾ ਤੇ ਬਾਣੀ ਦਾ ਸਤਿਕਾਰ ਆ, ਨਾ ਕਿ ਕਿਸੇ ਸ਼ਕਲ ਦਾ ਜਾਂ ਕਿਸੇ ਸ਼ਖਸੀਅਤ ਦਾ। ਜੀ। ਔਰ ਤੁਹਾਡੀਆਂ ਚੋਣਾਂ ਦੇ ਸਮੇਂ ਤੁਸੀਂ ਦੱਸਿਆ ਕਿ ਤੁਹਾਨੂੰ ਜਿਹੜੀ ਤੁਸੀਂ ਲੀਡ ਕੀਤੀ ਹੈ, ਇੱਥੋਂ 3 ਕੈਂਡੀਡੇਟ ਨੂੰ ਹਰਾਇਆ ਤੁਸੀਂ ਸਰਪੰਚੀ ਦੇ ਉਹਦੇ ਵਿੱਚੋਂ, ਔਰ ਉਸ ਜਿੱਤ ਤੋਂ ਬਾਅਦ ਜਦੋਂ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਉਹ ਜਿੱਤ ਨੂੰ ਝੋਲੀ 'ਚ ਪਾ ਕੇ ਲੈ ਕੇ ਆਏ, ਤਾਂ ਉਸ ਸਮੇਂ ਤੁਹਾਡੇ ਪਰਿਵਾਰ ਦੀ ਕੀ ਫੀਲਿੰਗ ਸੀ ਔਰ ਤੁਹਾਡੇ ਦਿਲ ਦੇ ਅੰਦਰ ਕੀ ਫੀਲਿੰਗ ਸੀ? ਜਿਸ ਤਰ੍ਹਾਂ ਸਰਪੰਚੀ ਜ਼ਿਆਦਾਤਰ ਜਿਹੜੀ ਜਨਰਲ ਹੋ ਜਾਂਦੀ ਹੈ, ਉਹਦੇ ਵਿੱਚ ਅਮੀਰ ਘਰਾਣੇ ਦੇ ਲੋਕ ਸਰਪੰਚੀ ਲੜਦੇ ਨੇ ਜੀ। ਅਸੀਂ ਇੱਕ ਨੋਰਮਲ ਪਰਿਵਾਰ ਦੇ ਵਿੱਚੋਂ ਸੀ, ਪਰ ਗੁਰੂ ਦੀਆਂ ਜਿਹੜੀਆਂ ਬਰਕਤਾਂ ਪ੍ਰਤੀ ਅਸੀਂ ਅਮੀਰ ਹਾਂ ਜੀ, ਕਿਉਂਕਿ ਸਾਡੇ ਕੋਲ ਜਿਹੜਾ ਬਾਣੀ ਤੇ ਬਾਣਾ ਹੈ ਬੜੀ ਵੱਡੀ ਦਾਤ ਆ ਪਰਮਾਤਮਾ ਦੀ। ਹਰ ਇੱਕ ਪ੍ਰੋਪਰਟੀ ਤੋਂ ਜਾਇਦਾਦ ਤੋਂ ਪੂਰੇ ਚੀਜ਼ ਨੂੰ ਅਸੀਂ ਸਮਝਦੇ ਹਾਂ। ਪਰ ਜਦੋਂ ਅਸੀਂ ਜਿੱਤ ਕੇ ਆਏ, ਉਹ ਜਿਹੜੀ ਸਾਰੀ ਜਿੱਤ ਦਾ ਸਿਹਰਾ ਸੀਗਾ ਜੀ, ਗੁਰਦੁਆਰਾ ਸਾਹਿਬ ਜਦੋਂ ਆਏ ਹਾਂ ਪੂਰੀ ਸੰਗਤ ਖੜੀ ਸੀਗੀ। ਸੰਗਤ ਨੂੰ ਪਹਿਲਾਂ ਅਸੀਂ ਨਮਸਕਾਰ ਕਰਕੇ ਪਰਮਾਤਮਾ ਦਾ ਸ਼ੁਕਰਾਨਾ ਕਰਕੇ ਘਰੇ ਆ ਕੇ ਵੀ ਚਲੋ ਇੱਕ ਜਿਸ ਤਰ੍ਹਾਂ ਸੰਗਤ ਦੇ ਨਾਲ ਹੀ ਵਿਚਰੇ, ਉਸੇ ਤਰੀਕੇ ਨਾਲ ਹੀ ਅਸੀਂ ਘਰ ਦੇ ਵਿੱਚ। ਪਰ ਇਹ ਨਹੀਂ ਸੋਚਿਆ ਕਿ ਵੀ ਸਾਡੇ ਅੰਦਰ ਕਿਸੇ ਨਾ ਤਰੀਕੇ ਨਾਲ ਜਾਂ ਹਉਮੈ ਜਾਂ ਹੰਕਾਰ ਆ ਜਾਵੇ। ਇਹੀ ਹਮੇਸ਼ਾ ਸਿੱਖਿਆ ਤੇ ਕੋਸ਼ਿਸ਼ ਕੀਤੀ ਹੈ ਕਿ ਨਿਮਰਤਾ ਦੇ ਵਿੱਚ ਰਹਿ ਕੇ ਹਰ ਇੱਕ ਨੂੰ ਬਰਾਬਰ ਰੱਖ ਕੇ ਜਿਹੜਾ ਸਾਡਾ ਪਿੰਡ ਆ, ਪਿੰਡ ਨੂੰ ਸਮੁੱਚੇ ਪਿੰਡ ਨੂੰ ਇੱਕ ਰੱਖ ਕੇ ਚੱਲੀਏ, ਨਾ ਕਿ ਪਾਰਟੀਵਾਦੀ। ਜੀ। ਆਓ ਗੱਲਬਾਤ ਕਰਦੇ ਹਾਂ ਸਰਦਾਰ ਹਰਬੰਸ ਸਿੰਘ ਖਾਲਸਾ ਜੀ ਦੇ ਨਾਲ, ਉਹਨਾਂ ਦੇ ਪਿੰਡ ਦੇ ਵਿਕਾਸ ਮੁੱਦਿਆਂ ਨੂੰ ਲੈ ਕੇ। ਹਰਬੰਸ ਸਿੰਘ ਜੀ, ਜੇਕਰ ਗੱਲ ਕੀਤੀ ਜਾਵੇ ਤੁਹਾਡੇ ਪਿੰਡ ਦੀ, ਤੇ ਤੁਹਾਡੇ ਕਾਰਜਕਾਲ ਦੇ ਦੌਰਾਨ ਤੁਹਾਡੇ ਪਿੰਡ ਦੀ ਪੰਚਾਇਤੀ ਜ਼ਮੀਨ ਕਿੰਨੀ ਹੈ ਔਰ ਉਸ ਤੋਂ ਆਮਦਨ ਕਿੰਨੀ ਹੈ? ਪੰਚਾਇਤੀ ਜ਼ਮੀਨ ਦੇ 47 ਕਿੱਲੇ ਨੇ ਜੀ। ਦੋ ਸਾਈਡ ਸਾਡੀ ਜ਼ਮੀਨ ਆ, ਤਕਰੀਬਨ 22-23 ਕਿੱਲੇ ਇੱਕ ਸਾਈਡ ਆ, 22-23 ਕਿੱਲੇ ਪੈਣਾ ਇੱਕ ਪਾਸੇ ਨੇ ਜੀ। ਤੇ ਇਸ ਵਾਰ ਜਿਹੜਾ ਮਾਮਲਾ ਸੀਗਾ ਉਹ ਤਕਰੀਬਨ 19 ਲੱਖ ਪਲੱਸ ਸੀਗਾ ਜੀ। ਉਹਦੇ ਵਿੱਚੋਂ 29% ਆ ਜਿਹੜਾ ਬਲਾਕ ਨੇ ਕੱਟ ਲਿਆ ਸੀਗਾ ਜੀ, ਤੇ 14.5 ਲੱਖ ਰੁਪਏ ਜਿਹੜਾ ਸਾਡਾ ਬਾਕੀ ਬਚਿਆ ਸੀਗਾ, ਜਿਹੜਾ ਪੰਚਾਇਤ ਦੇ ਖਾਤੇ ਦੇ ਵਿੱਚ ਜੀ। ਔਰ ਤੁਹਾਡੇ ਤੋਂ ਪਹਿਲਾਂ ਜੋ ਸਾਬਕਾ ਪੰਚਾਇਤ ਸੀ, ਤੁਹਾਨੂੰ ਜਾਣਕਾਰੀ ਹੈ ਕਿ ਸਾਬਕਾ ਪੰਚਾਇਤ ਨੂੰ ਪਿਛਲੇ 5 ਸਾਲਾਂ ਦੇ ਵਿੱਚ ਕਿੰਨੀ ਗ੍ਰਾਂਟ ਆਈ? ਚਲੋ ਰਿਕਾਰਡ ਦੇ ਮੁਤਾਬਕ ਤਾਂ ਨਹੀਂ ਜ਼ਿਆਦਾ ਕਹਿ ਸਕਦੇ, ਵੈਸੇ ਸੁਣਨ ਮੁਤਾਬਕ ਜਾਂ ਜੋ ਅਖਬਾਰ ਦੀਆਂ ਖਬਰਾਂ ਜਾਣਕਾਰੀ ਮੁਤਾਬਕ 60-65 ਲੱਖ 70 ਲੱਖ ਤੱਕ ਕਹਿ ਰਹੇ ਵੀ ਗ੍ਰਾਂਟ ਆਈ ਸੀ। ਤੇ ਜਿਸ ਵਕਤ ਤੁਸੀਂ ਤੁਹਾਡੀ ਪੰਚਾਇਤ ਨੇ ਕਾਰਜਭਾਰ ਸੰਭਿਆ, ਤੇ ਉਸ ਸਮੇਂ ਤੁਹਾਡੇ ਖਾਤੇ ਵਿੱਚ ਸਾਬਕਾ ਪੰਚਾਇਤ ਨੇ ਕਿੰਨੀ ਰਕਮ ਛੱਡੀ? 8.5 ਲੱਖ ਰੁਪਇਆ ਸੀਗਾ ਜੀ। ਔਰ ਉਹ 8.5 ਲੱਖ ਰੁਪਇਆ ਜੋ ਸਾਬਕਾ ਪੰਚਾਇਤ ਨੇ ਤੁਹਾਡੇ ਅਕਾਊਂਟ ਵਿੱਚ ਛੱਡਿਆ ਸੀ, ਉਹ ਤੁਸੀਂ ਪਿੰਡ ਦੇ ਕਿਹੜੇ ਕੰਮਾਂ ਤੇ ਲਗਾਇਆ? ਸਭ ਤੋਂ ਪਹਿਲਾਂ ਤਾਂ ਜੀ ਸ਼ਮਸ਼ਾਨ ਘਾਟ ਦਾ ਜਿਹੜਾ ਰਸਤਾ, ਹਰ ਇੱਕ ਪਿੰਡ ਦਾ ਮੇਨ ਰਸਤਾ ਹੁੰਦਾ, ਉਹ ਸਾਡੇ ਜਿਹੜੀ ਉਹ ਹਾਲਤ ਸੀਗੀ ਬਹੁਤ ਖਸਤਾ ਹਾਲਤ ਸੀ। ਓਪਨ ਕੱਚਾ ਖਾਲਾ ਸੀਗਾ, ਤੇ ਤਕਰੀਬਨ ਜਿਹੜਾ ਅੰਤਮ ਸੰਸਕਾਰ ਆ ਉਹ ਵੀ ਬਹੁਤ ਮੁਸ਼ਕਲ ਦੇ ਨਾਲ ਟਰਾਲੀ ਦੇ ਵਿੱਚ ਡੈੱਡ ਬੋਡੀ ਨੂੰ ਲਿਜਾ ਕੇ ਕਰਨਾ ਪੈ ਰਿਹਾ ਸੀ। ਪਹਿਲ ਦੇ ਆਧਾਰ 'ਤੇ ਅਸੀਂ ਸਭ ਤੋਂ ਪਹਿਲਾਂ ਉਹੀ ਰਸਤਾ ਤਿਆਰ ਕਰਿਆ ਸੀਗਾ। ਹੁਣ ਉੱਥੇ ਇੰਟਰਲੋਕ ਲੱਗ ਗਈ ਤੇ 36 ਇੰਚ ਜਿਹੜਾ ਵੱਡਾ ਪਾਈਪ ਪਾ ਕੇ ਡਿਵਾਈਡਰ ਬਣਾ ਕੇ ਉਹਨੂੰ ਜਿਹੜਾ ਚੌੜਾ ਰਸਤਾ ਸੀ 1 ਵੇ ਬਣਾ ਕੇ ਉਹਨੂੰ ਡਬਲ ਕਰ ਦਿੱਤਾ। ਤੁਹਾਡੇ ਹੀ ਕਾਰਜਕਾਲ ਦੀ ਜੇਕਰ ਗੱਲ ਕਰੀਏ ਤਾਂ ਦਸੰਬਰ ਵਿੱਚ ਤੁਹਾਨੂੰ 2 ਸਾਲ ਪੂਰੇ ਹੋ ਜਾਣੇ ਆ, ਔਰ ਨੋ ਡਾਊਟ ਜੇਕਰ ਦੇਖਿਆ ਜਾਵੇ ਤਾਂ ਤੁਹਾਡੇ ਕਾਰਜਕਾਲ ਦੇ ਦੌਰਾਨ 2 ਵਾਰੀ ਪੰਚਾਇਤੀ ਬੋਲੀ ਹੋ ਚੁੱਕੀ ਹੈ, ਤੇ ਪੰਚਾਇਤੀ ਬੋਲੀ ਤੋਂ ਜੋ ਤੁਹਾਨੂੰ ਰਕਮ ਆਈ ਉਹ ਤੁਸੀਂ ਪਿੰਡ ਦੇ ਕਿਹੜੇ ਕੰਮ ਤੇ ਲਗਾਈ? ਪਿੰਡ ਦੇ ਵਿੱਚ ਤਕਰੀਬਨ 30 ਤੋਂ 40% ਸੀਵਰੇਜ ਭਣੇ ਪਾ ਚੁੱਕੇ, ਨਾਲ ਹੀ ਇੰਟਰਲੋਕ ਜੀ ਕੰਮ ਜਿਹੜਾ ਚੱਲਦਾ ਜਾ ਰਿਹਾ, ਤੇ ਨਾਲ ਇੱਕ ਛੱਪੜ ਦਾ ਪੱਕੇ ਕਰਨ ਦਾ ਪ੍ਰੋਜੈਕਟ ਚੱਲ ਰਿਹਾ। ਥਾਪਰ ਮਾਡਲ ਆ ਜਿਹੜਾ, ਉਹ ਸੀਚੇਬਲ ਮਾਡਲ ਵੀ ਕਹਿੰਦੇ ਆ। ਇੱਕ ਪਾਰਕ ਦਾ ਕੰਮ ਚੱਲ ਰਿਹਾ ਜੀ। ਮੇਨ ਆ ਜਿਹੜਾ ਸਾਡਾ ਉਹ ਇੰਟਰਲੋਕ ਤੇ ਸੀਵਰੇਜ ਦਾ ਪ੍ਰੋਜੈਕਟ ਸੀ। ਇਹਦੇ ਵਿੱਚ ਸਾਨੂੰ
ਸਭ ਤੋਂ ਵੱਡੀ ਜਿਹੜੀ ਸਹਿਯੋਗ ਮਿਲ ਰਿਹਾ ਉਹ NRI ਵੀਰਾਂ ਦਾ ਮਿਲ ਰਿਹਾ ਜੀ। ਜਿੰਨਾ ਸਹਿਯੋਗ ਸਰਕਾਰ ਦਾ ਜੀ, ਮੈਂ ਕਹਿੰਦਾ ਵੀ ਉਹ ਤੋਂ ਵੱਧ ਕੇ ਜਿਹੜਾ ਉਹ NRI ਵੀਰ ਸਾਨੂੰ ਫੰਡ ਆ ਜਿਹੜਾ ਭੇਜ ਰਹੇ ਨੇ ਜੀ। ਹਾਂਜੀ, ਉਹ ਇੱਕ ਪੈਸਾ ਜਿਹੜਾ ਉਹਨਾਂ ਦੀ ਹੱਕ ਦੀ ਕਮਾਈ ਆ, ਅਸੀਂ ਇਮਾਨਦਾਰੀ ਦੇ ਨਾਲ ਪਿੰਡ ਤੇ ਲਾ ਰਹੇ ਹਾਂ। ਤੁਹਾਡੇ ਪਿੰਡ ਦੇ ਵਿੱਚ NRI ਵੀਰਾਂ ਦੀ ਪਰਸੈਂਟੇਜ ਕਿੰਨੀ ਹੈ? ਪਿੰਡ ਦੇ ਮੁਤਾਬਕ ਕਾਫੀ ਨੇ ਜੀ। ਕੈਨੇਡਾ ਵਿੱਚ, ਇੰਗਲੈਂਡ ਵਿੱਚ ਕਾਫੀ ਪੁਰਾਣੇ ਪਰਿਵਾਰ ਨੇ ਜਿਹੜੇ ਐਵਰੇਜ ਤਾਂ ਚਲੋ ਨਹੀਂ ਅੰਦਾਜ਼ਾ ਲਾ ਸਕਦੇ, ਫਿਰ ਵੀ 200 ਤੋਂ ਲੈ ਕੇ 250 ਤੱਕ ਜਿਹੜੇ ਪਰਿਵਾਰ ਆ ਸੈੱਟ ਨੇ ਬਾਹਰ ਹੈਗੇ ਨੇ। ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਦੱਸਿਆ ਕਿ ਜੇਕਰ ਤੁਹਾਡੇ ਪਿੰਡ ਦੇ ਵਿੱਚ ਨੋ ਡਾਊਟ 200 ਪਰਿਵਾਰ ਵੀ ਜੇਕਰ NRI ਨੇ, ਤੇ ਕਿਤੇ ਨਾ ਕਿਤੇ ਜਾ ਕੇ ਫਿਰ NRI ਵੀਰਾਂ ਦਾ ਜੇਕਰ ਤੁਹਾਨੂੰ ਸਹਿਯੋਗ ਵੀ ਤੁਹਾਡੀ ਪੰਚਾਇਤ ਨੂੰ ਪੂਰਾ ਆ, ਤੇ ਕਿਤੇ ਨਾ ਕਿਤੇ ਜਾ ਕੇ ਆਪਣੇ ਪਿੰਡ ਦੀ ਜੋ ਦਿੱਖ ਹੈ ਉਹ NRI ਵੀਰਾਂ ਦੇ ਪਿੰਡ ਦੀ ਦਿੱਖ ਵਰਗੀ ਨਹੀਂ ਹੈਗੀ। ਹਾਂਜੀ, ਇਹ ਜੇ ਚੱਲ ਰਿਹਾ ਜੀ ਕੰਮ, ਜਿਸ ਤਰ੍ਹਾਂ ਕਿ ਹੁਣ ਤੁਸੀਂ ਦੇਖਿਆ ਹੋਊਗਾ ਜਿਹੜਾ ਇੱਕ ਤਲਵੰਡੀ ਖੁਰਦ ਤੋਂ ਆ ਕੇ ਸਾਹਮਣੇ ਜਿਹੜਾ ਰਸਤਾ, ਉਹ ਮੇਨ ਰਸਤਾ, ਉੱਤੇ ਤਕਰੀਬਨ 12 ਲੱਖ ਰੁਪਏ ਜਿਹੜਾ ਲੱਗਣਾ ਉਹ NRI ਦਾ ਕੰਮ ਚੱਲ ਰਿਹਾ ਜੀ। ਕਿਉਂਕਿ ਜ਼ੀਰੋ ਲੈਵਲ ਤੋਂ ਕੰਮ ਜਦੋਂ ਚੱਕਦੇ ਆਪਾਂ ਜੀ ਕਾਫੀ ਟਾਈਮ ਲੱਗ ਜਾਂਦਾ, ਤੇ 1.5 ਸਾਲ ਹੀ ਅਜੇ ਹੋਇਆ ਵਾ ਜੀ, ਤੇ ਤਕਰੀਬਨ ਆਉਣ ਵਾਲੇ 1.5-2 ਸਾਲਾਂ ਦੇ ਵਿੱਚ ਅਸੀਂ ਜਿਹੜਾ ਕੰਪਲੀਟ ਆ ਕਰ ਦਾਂਗੇ। ਤੇ ਸਾਡਾ ਵੀ ਮੈਨੂੰ ਲੱਗਦਾ ਵੀ ਜਿਹੜੀ ਕੋਸ਼ਿਸ਼ ਆ ਵੀ ਇੱਕ ਮਿਸਾਲ ਦੇ ਤੌਰ ਤੇ ਪਿੰਡ ਆ ਜਿਹੜਾ ਸਾਹਮਣੇ ਆਊਗਾ ਜੀ। ਅਸੀਂ ਚਾਹਾਂਗੇ ਸਾਡੇ ਦਰਸ਼ਕਾਂ ਨੂੰ ਤੁਸੀਂ ਆਪਣੇ ਪਿੰਡ ਦੇ NRI ਵੀਰ ਜੋ ਇਸ ਸਮੇਂ ਪੰਚਾਇਤ ਨੂੰ ਮੂਹਰੇ ਹੋ ਕੇ ਸਹਿਯੋਗ ਕਰ ਰਹੇ ਨੇ, ਉਹਨਾਂ ਦੇ ਨਾਮਾਂ ਤੋਂ ਜਾਣੂ ਕਰਵਾ ਦਿਓ। ਹਾਂਜੀ, ਮੈਂ ਚਲੋ ਭੈਣੇ ਕੋਸ਼ਿਸ਼ ਕਰਦਾ, ਪਰ ਇਹਦੇ ਵਿੱਚ ਕਈ ਵਾਰ ਇਤਰਾਜ਼ ਆ ਜਾਂਦਾ ਵੀ ਕਈ ਨਾਮ ਅਸੀਂ ਨਹੀਂ ਲੈ ਸਕਦੇ ਜਲਦਬਾਜ਼ੀ ਦੇ ਵਿੱਚ। ਪਰ ਫਿਰ ਵੀ 5-7 ਜਿਹੜੇ ਸਾਡੇ ਨੌਜਵਾਨ ਵੀਰ ਨੇ ਜਿਨ੍ਹਾਂ ਨੇ ਪਹਿਲ ਦੇ ਆਧਾਰ ਤੇ ਸਾਨੂੰ ਸਹਿਯੋਗ ਦਿੱਤਾ ਜੀ। ਇੱਕ ਸਾਡੇ ਸਤਿਕਾਰਯੋਗ ਅੰਕਲ ਜੀ ਨੇ ਬਲਦੇਵ ਸਿੰਘ ਜੀ, ਉਹਨਾਂ ਦੇ ਲੜਕੇ ਰਵੀ ਧਨੋਆ ਜੀ, ਮੁੱਲਾਪੁਰੀਆਂ ਦਾ ਪਰਿਵਾਰ ਹੈ ਜੀ, ਬਹੁਤ ਵਧੀਆ, ਉਹਨਾਂ ਨੇ ਵੀ ਸਾਨੂੰ ਬਹੁਤ ਸਹਿਯੋਗ ਦਿੱਤਾ। ਜਿਵੇਂ ਹੁਣ ਵਾਟਰ ਕੂਲਰ, ਅਸੀਂ 5 ਵਾਟਰ ਕੂਲਰ 5 ਦੇ ਪਿੰਡ ਦੇ ਚਾਰੇ ਪਾਸੇ ਲਾਏ ਸੀਗੇ ਜੀ, ਤੇ ਉਹਦੇ ਵਿੱਚੋਂ ਇੱਕ ਵਾਟਰ ਕੂਲਰ ਦੀ ਸੇਵਾ ਮੁੱਲਾਪੁਰੀਆਂ ਦੇ ਪਰਿਵਾਰ ਚੋਂ ਸੀਗੀ ਜੀ। ਉਹਨਾਂ ਦੇ ਵਿੱਚੋਂ ਤੇਜੀ ਵੀਰ ਆ ਤੇ ਗੋਰੇ ਵੀਰ ਹੋਣੀ ਨੇ ਜੀ। ਹਰਜੀਤ ਸਿੰਘ ਸ਼ਹਿਰੀ ਹੈ ਜੀ, ਉਹਨਾਂ ਦੇ ਸਾਬਕਾ ਸਰਪੰਚ ਤੇਜਿੰਦਰ ਸਿੰਘ ਉਹਨਾਂ ਦੇ ਬ੍ਰਦਰ ਨੇ ਜੀ, ਉਹ ਵੀ ਬਹੁਤ ਸਹਿਯੋਗ ਦੇ ਰਹੇ ਜੀ। ਉਸ ਤੋਂ ਬਿਨਾਂ ਕਾਫੀ ਹੋਰ ਵੀ ਹੈਗੇ ਜੀ। ਮੰਟੂ ਵੀਰ, ਇੱਕ ਮੰਟੂ ਤੂਰ ਕਹਿ ਦਿੰਦੇ ਅਸੀਂ, ਹਰਜਿੰਦਰ ਸਿੰਘ ਨੇ ਜੀ, USA ਤੋਂ ਗੁਰਮੇਲ ਸਿੰਘ ਨੇ, ਸਰਦਾਰ ਗੁਰਮੇਲ ਸਿੰਘ ਜੀ, ਉਹਨਾਂ ਨਾਲ ਪੂਰੀ ਟੀਮ, ਕਿਉਂਕਿ ਉਹਨਾਂ ਨੇ ਵੀ ਉੱਥੇ ਇੱਕ ਗਰੁੱਪ ਬਣਾ ਕੇ ਤਿਆਰ ਕਰਕੇ ਉਹ ਕਲੈਕਸ਼ਨ ਕਰ ਰਹੇ ਨੇ, ਉਹੀ ਕਲੈਕਸ਼ਨ ਸਾਨੂੰ ਇੱਧਰ ਭੇਜ ਰਹੇ ਨੇ ਜੀ। ਤਲਵੰਡੀ ਕਲਾਂ ਦੀ ਜੋ NRI ਵੀਰਾਂ ਦਾ ਹੋ ਸਕਦਾ ਹੈ ਕਿਸੇ ਦਾ ਨਾਮ ਸਰਪੰਚ ਸਾਹਿਬ ਨੇ ਨਾ ਲਿਆ ਹੋਵੇ, ਕਿਉਂਕਿ ਤੁਹਾਨੂੰ ਵੀ ਪਤਾ ਕਿ ਇੱਕਦਮ ਹੀ ਅਸੀਂ ਇਹਨਾਂ ਦੇ ਕੋਲ ਆਏ ਹਾਂ, ਤੇ ਔਰ ਜਦੋਂ ਇਹਨਾਂ ਨਾਲ ਗੱਲਬਾਤ ਹੋਈ ਸੀ ਅਸੀਂ ਇਹਨਾਂ ਨੂੰ ਨਹੀਂ ਦੱਸਿਆ ਸੀ ਕਿ ਅਸੀਂ ਇੱਥੇ NRI ਵੀਰਾਂ ਦਾ ਨਾਮ ਉਹਨਾਂ ਦੇ ਮੂੰਹ ਤੋਂ ਤੁਹਾਡੇ ਤੱਕ ਪਹੁੰਚਦਾ ਕਰਾਂਗੇ। ਔਰ NRI ਵੀਰ ਜਿਸ ਦਾ ਨਾਮ ਸਰਪੰਚ ਸਾਹਿਬ ਨੇ ਨਹੀਂ ਲਿਆ, ਤੇ ਉਹ ਵੀਰ ਧਿਆਨ ਰੱਖਣ ਕਿ ਸਿਟੀ ਲਾਈਵ ਚੈਨਲ ਵੱਲੋਂ NRI ਵੀਰਾਂ ਨੂੰ ਸਾਰਿਆਂ ਨੂੰ ਅਸੀਂ ਖੁਦ ਵੀ ਵਧਾਈ ਦਿੰਦੇ ਹਾਂ ਕਿ ਤੁਹਾਡਾ ਪਿੰਡ ਤਲਵੰਡੀ ਕਲਾਂ ਜੋ ਇਸ ਸਮੇਂ ਤੁਹਾਡੇ ਸਹਿਯੋਗ ਦੇ ਨਾਲ ਅੱਗੇ ਵਧਣ ਦੇ ਲਈ ਉਤਾਹੂ ਹੋਇਆ ਪਿਆ, ਤੁਹਾਡੇ ਸਹਿਯੋਗ ਬਿਨਾਂ ਅਧੂਰਾ ਆ। ਖਾਲਸਾ ਜੀ, ਜੇਕਰ ਗੱਲ ਹੁੰਦੀ ਹੈ ਜਦੋਂ ਕਿਸੇ ਪਿੰਡ ਦੇ ਵਿਕਾਸ ਕੰਮਾਂ ਦੀ, ਤੇ ਸਭ ਤੋਂ ਪਹਿਲਾਂ ਜਿਹੜੇ ਪਿੰਡ ਦੇ ਵਿਕਾਸ ਨੇ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਨਾਮ ਆਉਂਦਾ ਨੌਜਵਾਨਾਂ ਦਾ। ਤੇ ਸਿਟੀ ਲਾਈਵ ਟੀਮ ਨੇ ਜਦੋਂ ਇੱਥੇ ਸਰਵੇ ਕੀਤਾ ਨਸ਼ੇ ਦੇ ਉੱਤੇ, ਤਾਂ ਸਾਨੂੰ ਵਧੀਆ ਲੱਗਿਆ ਔਰ ਖੁਸ਼ੀ ਵੀ ਮਹਿਸੂਸ ਹੋਈ ਕਿ ਤੁਸੀਂ ਆਪਣੇ ਪਿੰਡ ਦੇ ਵਿੱਚ ਜਿਹੜਾ ਨਸ਼ਾ ਆ ਉਹਨੂੰ ਇੱਕ ਤਰ੍ਹਾਂ ਦਾ ਬੈਨ ਕੀਤਾ ਪਿਆ। ਤੁਹਾਡੀਆਂ ਦੁਕਾਨਾਂ ਜੋ ਪਿੰਡ ਦੇ ਵਿੱਚ ਨੇ ਉੱਥੇ ਨਾ ਹੀ ਗੁਟਕਾ ਮਿਲ ਰਿਹਾ, ਨਾ ਹੀ ਸਿਗਰਟ ਮਿਲ ਰਹੀ ਹੈ, ਸ਼ਰਾਬ ਦੇ ਤੁਸੀਂ ਠੇਕਾ ਇੱਥੋਂ ਚੁਕਵਾ ਦਿੱਤਾ ਆ। ਤੇ ਅਸੀਂ ਇਹ ਚਾਹਾਂਗੇ ਤੁਸੀਂ ਆਪਣੇ ਨਾਲ ਲੱਗਦੇ ਜੋ ਤੁਹਾਡੇ ਪਿੰਡ ਨੇ, ਗੁਆਂਢੀ ਪਿੰਡ ਨੇ, ਉੱਥੋਂ ਦਾ ਜੋ ਸਰਪੰਚ ਭਾਈਚਾਰਾ ਹੈ, ਉਹਨਾਂ ਨੂੰ ਇੱਕ ਸੁਨੇਹਾ ਦਿਓ ਕਿ ਤੁਸੀਂ ਆਪਣੇ ਪਿੰਡ ਦੇ ਵਿੱਚ ਨਸ਼ੇ ਨੂੰ ਕਿਸ ਤਰ੍ਹਾਂ ਕੰਟਰੋਲ ਕੀਤਾ। ਹਾਂਜੀ, ਬਿਲਕੁਲ ਜੀ। ਅਸੀਂ ਇੱਕ ਆਪਣੇ ਘਰ ਤੋਂ ਬਾਹਰ ਨਿਕਲਾਂਗੇ ਤਾਂ 100 ਗਜ ਤੇ ਇੱਕ ਵਾਟਰ ਕੂਲਰ ਲੱਗਿਆ ਹੋਇਆ ਜੀ। ਦੁਪਹਿਰ ਦਾ ਟਾਈਮ ਸੀਗਾ, 2:30-3 ਵਜੇ ਦਾ। ਉਹ ਅਸੀਂ ਖੁਦ ਹੀ ਕਰ ਰਹੇ ਸੀਗੇ ਤਿਆਰ, ਰੰਗ ਵਗੈਰਾ ਕਰਕੇ ਉਹਨੂੰ ਫਿੱਟ ਕਰ ਰਹੇ ਸੀ। ਇੱਥੇ ਨਾਲ ਹੀ ਇੱਕ ਦੁਕਾਨ ਹੈ ਜੀ ਅੱਡੇ ਦੇ ਉੱਪਰ, ਉੱਥੋਂ ਇੱਕ ਬੱਚਾ ਸੌਦਾ ਜਿਹੜਾ ਆਪਾਂ ਆਮ ਘਰਾਂ ਦੇ ਵਿੱਚ ਬੱਚਿਆਂ ਨੂੰ ਭੇਜ ਦਿੰਦੇ ਹਾਂ, 6-7 ਸਾਲ ਦਾ ਬੱਚਾ ਸੀ, ਜਦੋਂ ਲੈ ਕੇ ਜਾ ਰਿਹਾ ਸੀ ਅਸੀਂ 4-5 ਜਣੇ ਕੰਮ ਕਰ ਰਹੇ ਸੀ, ਆ ਕੇ ਸਾਡੇ ਕੋਲ ਖੜ ਗਿਆ ਜੀ, ਰੁਕ ਗਿਆ। ਉਹ ਇੱਕ ਮੁੰਡੇ ਨੇ ਨਿਗਾਹ ਮਾਰੀ, ਉਹ ਕਹਿੰਦਾ ਵੀ ਇਹਦੇ ਲਿਫਾਫੇ ਵਿੱਚ ਕੀ ਹੈ। ਜੋ ਦੇਖਿਆ ਤਾਂ ਉਹਦੇ ਵਿੱਚ ਜਿਹਨੂੰ ਅਸੀਂ ਜਗਤ ਜੁਟ ਕੇ ਤੰਬਾਕੂ ਦੀ ਪੁੜੀ ਸੀਗੀ, ਉਹ ਵੀ ਖੁੱਲੀ ਹੋਈ ਜੀ। ਤੇ ਉਹਨੂੰ ਪੁੱਛਿਆ, ਮੈਂ ਕਿੰਨਾ ਦਾ ਤੂੰ ਬੱਚਾ? ਉਹਨੇ ਜੋ ਦੱਸਿਆ ਤਾਂ ਸਾਡੇ ਮਨ ਨੂੰ ਬੜੀ ਠੇਸ ਪਹੁੰਚੀ ਵੀ 6-6 ਸਾਲ ਦਾ ਬੱਚੇ ਜਿਹੜੇ ਉਹ ਤੰਬਾਕੂ ਲੈ ਕੇ ਘਰੇ ਲਿਜਾ ਰਹੇ ਹਨ ਜੀ। ਕਿ ਉਹ ਬੱਚੇ ਜੇ ਲੈ ਕੇ ਜਾਂਦੇ ਨੇ ਤੇ ਕੱਲ ਤੋਂ ਇਹਨਾਂ ਦੇ ਮੂੰਹ ਦੇ ਵਿੱਚ ਜਾਊਗਾ ਇਹ ਵੀ ਵਰਤੋਂ ਕਰਨਗੇ। ਫਿਰ ਅਸੀਂ ਵਿਚਾਰ ਕਰਕੇ ਸਾਰੇ ਦੁਕਾਨਦਾਰਾਂ ਨੂੰ ਕੋਈ ਸਖਤੀ ਦੇ ਨਾਲ ਨਹੀਂ, ਉਹਨਾਂ ਨੂੰ ਅਸੀਂ ਕਿਹਾ ਵੀ ਅਸੀਂ ਜ਼ਬਰਦਸਤੀ ਉਹਨਾਂ ਤੋਂ ਕਰਵਾਤਾ। 7-8 ਦੁਕਾਨਦਾਰ ਸੀ ਸਾਰੇ ਕਰਿਆਨੇ ਵਾਲੇ, ਅਸੀਂ ਗੁਰਦੁਆਰਾ ਸਾਹਿਬ ਬੁਲਾ ਕੇ ਉਹਨਾਂ ਨਾਲ ਮੀਟਿੰਗ ਰੱਖੀ।
ਉਹਨਾਂ ਨੂੰ ਸਾਰੀ ਗੱਲਬਾਤ ਤਰੀਕੇ ਦੇ ਨਾਲ ਸਮਝਾਈ ਜੀ। ਉਹ ਵੀ ਸਾਡੇ ਨਾਲ ਸਹਿਮਤ ਹੋ ਗਏ ਤੇ ਗੁਰੂ ਦੀ ਹਜ਼ੂਰੀ ਦੇ ਵਿੱਚ ਹੀ ਅਰਦਾਸ ਬੇਨਤੀ ਕਰਕੇ ਉਸੇ ਦਿਨ ਤੋਂ ਅਸੀਂ ਉਹਨਾਂ ਨੇ ਆਪ ਹੀ ਮੰਨ ਲਿਆ ਸੀਗਾ ਅੱਜ ਤੋਂ ਕਿਸੇ ਵੀ ਦੁਕਾਨ 'ਤੇ ਅਸੀਂ ਇਸ ਤਰ੍ਹਾਂ ਦੀ ਕੋਈ ਚੀਜ਼ ਸਿਗਰਟ ਹੋ ਗਈ ਜਾਂ ਜੀ। ਤੰਬਾਕੂ ਹੋ ਗਿਆ ਨਹੀਂ ਜੀ। ਵੇਚਾਂਗੇ। ਉਸੇ ਦਿਨ ਤੋਂ ਇਹ ਪੂਰੇ ਪਿੰਡ ਦੇ ਵਿੱਚ ਜਿਹੜਾ ਨਸ਼ਾ ਵਾ ਉਹ ਹਰ ਇੱਕ ਤਰ੍ਹਾਂ ਦਾ ਬੈਨ ਹੈ ਜੀ। ਕਿਤੇ ਨਾ ਕਿਤੇ ਜਾ ਕੇ ਜਿਹੜਾ ਪਿੰਡ ਦਾ ਸਰਪੰਚ ਭਾਈਚਾਰਾ ਹੈ, ਜਦੋਂ ਨਸ਼ੇ ਤੇ ਗੱਲ ਆਉਂਦੀ ਹੈ ਤਾਂ ਉਹ ਵੋਟਾਂ ਨੂੰ ਪਹਿਲਾਂ ਅਹਿਮੀਅਤ ਦਿੰਦਾ ਹੈ ਤੇ ਉਹ ਜਾ ਕੇ ਨਸ਼ੇ ਦੇ ਉੱਤੇ ਉਸ ਪ੍ਰਕਾਰ ਨਾਲ ਨਹੀਂ ਰੋਕਥਾਮ ਕਰ ਪਾਉਂਦਾ। ਜਿਹੜਾ ਸਰਪੰਚ ਭਾਈਚਾਰਾ ਵੋਟਾਂ ਨੂੰ ਮੁੱਖ ਰੱਖਦਾ ਆ ਤੇ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ? ਜਿਹੜੇ ਅਸੀਂ ਜੀ ਨਸ਼ਾ ਬੰਦ ਕਰਿਆ ਸੀਗਾ, ਇਹ ਭੈਣੇ ਮੈਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਵਜੋਂ 10-12 ਸਾਲ ਸੇਵਾ ਨਿਭਾਈ ਸੀ ਜੀ। ਅਸੀਂ ਸਰਪੰਚੀ ਤੋਂ ਪਹਿਲਾਂ ਇਹ ਮਤਾ ਪਾ ਦਿੱਤਾ ਸੀਗਾ ਜੀ। ਜੇਕਰ ਵੋਟ ਬੈਂਕ ਦੀ ਗੱਲ ਕਰਦੇ ਤਾਂ ਫਿਰ ਅਸੀਂ ਨਹੀਂ ਜਿੱਤ ਪ੍ਰਾਪਤ ਕਰ ਸਕਦੇ ਸੀ ਜੀ। ਪਰ ਜੇ ਅਸੀਂ ਸੱਚ ਦੇ ਮੁਤਾਬਕ ਜਾਂ ਸਹੀ ਭਾਵਨਾ ਦੇ ਨਾਲ ਸਮਾਜ ਨੂੰ ਮੁੱਖ ਰੱਖ ਕੇ, ਕਿਉਂਕਿ ਜੇ ਬੱਚੇ ਸਾਰਾ ਪਿੰਡ ਦੇ ਵਿੱਚੋਂ ਸਾਡੇ ਬੱਚੇ ਨੇ ਜੀ। ਜੇ ਅਸੀਂ ਸਾਡੀ ਸਰਪੰਚੀ ਵੀ ਚਲੀ ਜਾਊ ਇਹਨਾਂ ਦੇ ਕੰਮਾਂ ਦੇ ਵਿੱਚ ਨਾਮ ਵੀ ਜਿੱਤਾਂਗੇ ਜੀ। ਪਰ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਜਿਹੜੀ ਸਮਾਜ ਦੇ ਵਿੱਚ ਸਾਡੀ ਜਿਹੜੀ ਹਾਜ਼ਰੀ ਆ ਉਹ ਇੱਕ ਚੰਗੇ ਇਨਸਾਨ ਵਜੋਂ ਲੱਗ ਸਕਦੀ ਆ। ਪਰ ਮੈਂ ਨਹੀਂ ਸਮਝਦਾ ਕਿ ਕਿਸੇ ਦਾ ਮਾਂ-ਬਾਪ ਇਸ ਤਰ੍ਹਾਂ ਸੋਚੂਗਾ, ਕਿਉਂਕਿ ਜੇ ਬੱਚਾ ਇੱਕ ਆ ਤਾਂ ਉੱਥੇ ਘਰ ਦੀਆਂ ਪਰਿਵਾਰ ਦੀਆਂ ਵੋਟਾਂ ਵੀ ਨਾਲ 3 ਹੋਰ ਹੋਣਗੀਆਂ ਜੀ। Right. ਜੇ ਇੱਕ ਬੱਚੇ ਨੂੰ ਅਸੀਂ ਨਸ਼ੇ ਤੋਂ ਬਚਾਉਂਦੇ ਹਾਂ 3 ਵੋਟਾਂ ਸਾਡੇ ਵੱਲ ਹੀ ਭੁਗਤਣਗੀਆਂ ਜੇ ਜੀ। ਅਸੀਂ ਰਾਜਨੀਤੀ ਪੱਖੋਂ ਵੀ ਸੋਚੀਏ ਜੀ। ਤੇ ਪਰ ਮੈਂ ਚਾਹੁੰਦਾ ਵੀ ਅਹੁਦੇ ਪਿੱਛੇ ਛੱਡ ਕੇ ਜੀ। ਅਹੁਦੇ ਨੂੰ ਲੱਤ ਮਾਰ ਕੇ ਆਪਣੀ ਨੌਜਵਾਨ ਪੀੜ੍ਹੀ ਨੂੰ, ਬੱਚਿਆਂ ਨੂੰ ਤੇ ਸਮਾਜ ਨੂੰ ਸਹੀ ਸੇਧ ਦੇਣ ਦੀ ਕੋਸ਼ਿਸ਼ ਕਰੀਏ। ਪਿੰਡ ਦੇ ਵਿਕਾਸ ਕੰਮਾਂ ਦੀ ਜਦੋਂ ਗੱਲ ਆਉਂਦੀ ਹੈ ਤੇ ਜਿੱਥੇ ਨੌਜਵਾਨਾਂ ਦੀ ਗੱਲ ਆਉਂਦੀ ਹੈ ਨਸ਼ੇ ਤੇ, ਉੱਥੇ ਹੀ ਪਿੰਡ ਦੀਆਂ ਨੂੰਹਾਂ ਔਰ ਧੀਆਂ ਦੀ ਜੋ ਘਰੇਲੂ ਹਾਲਾਤ ਨੇ ਉਹ ਵੀ ਬਹੁਤ ਮਾਇਨੇ ਰੱਖਦੇ ਨੇ। ਇਹ ਤੁਹਾਡਾ ਬਹੁਤ ਵਧੀਆ ਭੈਣੇ ਸਵਾਲ ਆ, ਕਿਉਂਕਿ ਵਿਕਾਸ ਦੇ ਨਾਲ ਨਾਲ ਜਿਹੜੇ ਸਮਾਜਿਕ ਗੱਲਾਂ ਨੇ ਸਾਡੇ ਕੋਲ ਜਿੰਨੇ ਵੀ ਹੁਣ ਤੱਕ ਕੇਸ ਆਏ ਨੇ ਜੀ। ਉਹਦੇ ਵਿੱਚੋਂ ਸ਼ਾਇਦ ਕਿਸੇ ਨੂੰ ਇਹ ਗੱਲ ਨਾ ਚੰਗੀ ਲੱਗੇ ਪਰ ਹਕੀਕਤ ਇਹ ਹੈ ਜੀ 90% ਪਰਿਵਾਰਾਂ ਦੇ ਵਿੱਚ ਝਗੜੇ ਜਾਂ ਤਲਾਕ ਦਾ ਕਾਰਨ ਸਾਡੀਆਂ ਮਾਤਾਵਾਂ ਬਣ ਜਾਂਦੀਆਂ ਨੇ, ਚਾਹੇ ਉਹ ਸੱਸ ਕਰਕੇ ਰੋਲ ਨਿਭਾ ਰਹੀ ਹੈ ਚਾਹੇ ਮਾਂ ਕਰਕੇ। ਜੀ। ਜਿੱਥੇ ਇੰਟਰਫੇਅਰ ਜ਼ਿਆਦਾ ਪੇਕੇ ਪਰਿਵਾਰ ਦਾ ਮਾਤਾ ਦੇ ਪੱਖੋਂ ਜੀ। ਮਾਤਾ ਦੇ ਨਾਲ ਜ਼ਿਆਦਾ ਕਨੈਕਟ ਕਹਿ ਲਓ ਜਾਂ ਮੋਬਾਈਲ ਦੇ ਉੱਤੇ ਅਟੈਚਮੈਂਟ ਜ਼ਿਆਦਾ ਰਹਿੰਦੀ ਹੈ ਜੀ। ਉੱਥੇ ਸਮੱਸਿਆ ਜ਼ਿਆਦਾ ਹੈ ਜੀ। ਹਾਂਜੀ, ਮੈਂ ਇਹੀ ਇੱਕ ਸੁਨੇਹਾ ਦਊਂਗਾ ਕਿਤੇ ਨਾ ਕਿਤੇ ਜਿਹੜੀਆਂ ਸਾਡੀਆਂ ਮਾਤਾਵਾਂ ਨੇ ਉਹ ਆਪਣੀਆਂ ਬੇਟੀਆਂ ਨੂੰ ਸਹੀ ਤੇ ਵਧੀਆ ਸੁਝਾਅ ਦੇਣ ਤਾਂ ਕਿ ਉਹ ਸਹੁਰੇ ਪਰਿਵਾਰ ਨੂੰ ਆਪਣੇ ਮਾਂ ਪਿਓ ਦੀ ਤਰ੍ਹਾਂ ਸਮਝਣ ਤੇ ਆਪਣੇ ਜਿਹੜੇ ਘਰ ਆ ਵਧੀਆ ਤਰੀਕੇ ਨਾਲ ਤੁਹਾਡੇ ਸਾਹਮਣੇ ਜੇਕਰ ਕੋਈ ਇਹੋ ਜਿਹੀ ਘਰੇਲੂ ਸਮੱਸਿਆ ਸਾਹਮਣੇ ਆਈ ਹੈ ਕਿਸੇ ਧੀ ਦੀ ਜਾਂ ਨੂੰਹ ਦੀ ਤੇ ਤੁਸੀਂ ਤੁਹਾਡੀ ਪੰਚਾਇਤ ਤੋਂ ਕਿਸ ਤਰ੍ਹਾਂ ਮਾਮਲਾ ਸੁਲਝਾਉਂਦੀ ਹੈ? ਇਸ ਤਰ੍ਹਾਂ ਦੇ ਜਿਹੜੇ ਮਸਲੇ ਹੁੰਦੇ ਕੋਸ਼ਿਸ਼ ਕਰੀਦੀ ਹੈ ਵੀ ਘੱਟ ਤੋਂ ਘੱਟ ਅਸੀਂ ਇਕੱਠ ਨਾ ਜ਼ਿਆਦਾ ਹੋਣ ਦੀ, ਜੀ। ਕਿਉਂਕਿ ਜੇ ਕਿਸੇ ਦੀ ਧੀ ਭੈਣ ਉਹ ਸਾਡੀ ਵੀ ਧੀ ਭੈਣ ਆ, ਪਰਦੇ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਵੀ ਪਰਿਵਾਰ ਦੇ ਵਿੱਚ ਗੱਲ ਰੱਖ ਕੇ ਜੀ। ਥੋੜੇ ਬੰਦਿਆਂ ਦੇ ਵਿੱਚ ਉਹ ਸੁਲਝਾਉਣ ਦੀ ਕੋਸ਼ਿਸ਼ ਕਰੇ। ਸਭ ਤੋਂ ਪਹਿਲਾਂ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਵੀ ਫੈਮਿਲੀ ਨੂੰ ਬਿਠਾ ਕੇ, ਜੇ ਪਤੀ ਪਤਨੀ ਦੀ ਲੜਾਈ ਜਿਵੇਂ ਇੱਥੇ ਬੁਲਾ ਵੀ ਲੈ, ਉਹਨਾਂ ਨੇ ਆਪ ਵੀ ਘਰੇ ਚਲੇ ਜਾਈਦੇ ਜੀ। ਕਾਫੀ ਹੱਦ ਤੱਕ ਇਹ ਮਸਲੇ ਇੱਥੇ ਸੁਲਝ ਜਾਂਦੇ, ਨਹੀਂ ਫਿਰ 1-2 ਸਿਆਣੇ ਮੈਂਬਰ ਵਿੱਚ ਲੈ ਕੇ ਪਰਿਵਾਰ ਨੂੰ ਬਿਠਾ ਕੇ ਉਹ ਜਿਹੜਾ ਮਸਲਾ ਸੁਲਝਾ ਦੇਈਏ ਜੀ। ਔਰ ਪਿੰਡ ਦੇ ਵਿਕਾਸ ਕੰਮਾਂ ਦੀ ਹੀ ਜਦੋਂ ਗੱਲ ਆਉਂਦੀ ਹੈ ਤੇ ਸਭ ਤੋਂ ਪਹਿਲਾਂ ਗੱਲ ਆਉਂਦੀ ਹੈ ਪਿੰਡ ਦੀਆਂ ਗਲੀਆਂ ਨਾਲੀਆਂ ਦੀ। ਹਾਂਜੀ। ਤੇ ਜੇਕਰ ਦੇਖਿਆ ਜਾਵੇ ਤੁਹਾਡੇ ਪਿੰਡ ਦੇ ਵਿੱਚ ਆਲਮੋਸਟ ਅਸੀਂ ਤੇ ਨਜ਼ਰ ਮਾਰੀਏ ਕਿ ਤੁਹਾਡੇ ਪਿੰਡ ਦੀਆਂ ਜੋ ਸੜਕਾਂ ਨੇ ਉਹਨਾਂ ਦਾ ਲਗਭਗ ਕੰਮ ਹੋਇਆ ਪਿਆ, ਪਰ ਜਿਹੜੀਆਂ ਨਾਲੀਆਂ ਨੇ ਉਹ ਕਿਤੇ ਜਾ ਕੇ ਸਫਾਈ ਪੱਖੋਂ ਥੋੜ੍ਹੀਆਂ ਪਿੱਛੇ ਨਜ਼ਰ ਆ ਰਹੀਆਂ ਨੇ। ਕਿਤੇ ਕਿਤੇ ਨਾਲੀਆਂ ਦੇ ਵਿੱਚ ਗੰਦਗੀ ਹੈ, ਪਾਣੀ ਵੀ ਰੁਕਿਆ ਹੋਇਆ ਹੈ। ਉਹਦਾ ਕੀ ਕਾਰਨ ਹੈ ਕਿ ਆਪਾਂ ਛੱਪੜਾਂ ਦੀ ਹਾਲੇ ਸਫਾਈ ਨਹੀਂ ਕਰਵਾਈ? ਨਹੀਂ, ਛੱਪੜ ਦਾ ਜਿਹੜਾ ਲੈਵਲ ਡਾਊਨ ਹੈ ਜੀ, ਪਰ ਜਿਹੜੀਆਂ ਨਾਲੀਆਂ ਪੁਰਾਣੀਆਂ ਬਣੀਆਂ ਉਹਨਾਂ ਦਾ ਜਿਹੜਾ ਲੈਵਲ ਆ ਉਹ ਕਿਤੇ ਨਾ ਕਿਤੇ ਜਾ ਕੇ ਖਰਾਬ ਆ ਜੀ। ਕਈ ਵਾਰ ਇਹ ਹੋ ਜਾਂਦਾ ਜਦੋਂ ਆਪਣੇ ਖਾਲੀ ਦਾ ਕੋਈ ਆਪਣੇ ਡੇਲੀ ਆਪਾਂ ਜਿਹਨੂੰ ਕਹਿ ਦਿੰਦੇ ਜੀ ਸਲੋਪ ਬਣਾਉਂਦੇ ਨੇ, ਉਹ ਫਿਰ ਖਾਲੀ ਦੇ ਲੈਵਲ ਵਿੱਚ ਬਜਰੀ ਵਗੈਰਾ ਪਾ ਕੇ ਉੱਚਾ ਕਰ ਦਿੰਦੇ, ਪਿੱਛੇ ਜਿਹੜਾ ਪਾਣੀ ਆ ਉਹ ਰੁਕਣ ਲੱਗ ਜਾਂਦਾ ਜੀ। ਵੈਸੇ ਸਾਡਾ ਹੁਣ ਇਹ ਜਿਹੜਾ ਹੈਗਾ 100% ਸੀਵਰੇਜ ਦਾ ਜਿਹੜਾ ਹੈਗਾ ਜੀ ਸਮੱਸਿਆ ਖਤਮ ਹੀ ਹੋ ਜਾਣੀ ਖਾਲੀਆਂ ਦੀ। ਜੀ। ਜਿੱਥੇ ਜਿੱਥੇ ਹੁਣ ਸੀਵਰੇਜ ਪਾਈ ਜਾਂਦੇ ਉੱਥੇ ਇੱਕ ਬਹੁਤ ਵਧੀਆ ਸਫਾਈ ਦਾ ਤਾਂ ਤੁਹਾਨੂੰ ਪਤਾ ਹੀ ਇੰਟਰਲੋਕ ਲਾਈ ਜਾਂਦੀ ਹੈ, ਅੰਡਰਗਰਾਉਂਡ ਜਿਹੜਾ ਵੇਸਟਿੰਗ ਜਾਣ ਲੱਗ ਜਾਂਦੀ ਹੈ ਤੇ ਫਿਰ ਖਾਲੀ ਤਾਂ ਉਹ ਬੰਦ ਹੀ ਹੋ ਜਾਣੀ ਹੈ। ਕੋਸ਼ਿਸ਼ ਇਹ ਹੈ ਵੀ ਪੂਰੇ ਪਿੰਡ ਦੇ ਵਿੱਚ ਜਿਹੜੇ ਖਾਲੀ ਹੈ ਉਹ ਬੰਦ ਕਰਕੇ ਸੀਵਰੇਜ ਸਿਸਟਮ ਹੈ ਜਿਹੜਾ ਉਹ ਚਾਲੂ ਕੀਤਾ ਜਾਵੇ। ਤੇ ਕਿਤੇ ਨਾ ਕਿਤੇ ਜਾ ਕੇ ਇੱਕ ਕਮੀ ਸਾਨੂੰ ਹੋਰ ਨਜ਼ਰ ਆਈ ਹੈ, ਸੁਵਿਧਾ ਹੈ ਪਰ ਘੱਟ ਹੈ ਸਟਰੀਟ ਲਾਈਟ ਦੀ। 80 ਲਾਈਟਾਂ ਨੇ ਜੀ ਜਿਹੜੀਆਂ ਆਪਣੇ ਪੰਚਾਇਤੀ ਤੌਰ ਤੇ ਲੱਗੀਆਂ ਹੋਈਆਂ ਨੇ ਜੀ। ਪਿੰਡ ਵੱਡਾ, ਪਰ ਜਦੋਂ ਰਾਤ ਨੂੰ ਆਵੋਗੇ ਤਾਂ ਤਕਰੀਬਨ 80 ਦੇ ਵਿੱਚੋਂ 70 ਵਜੇ ਤੱਕ ਤੁਹਾਨੂੰ ਜਗਦੀਆਂ ਮਿਲਣਗੀਆਂ ਜੀ। ਜਿਹਦੇ ਆਪਾਂ 3 ਮਹੀਨੇ ਬਾਅਦ ਜਾਂ 6 ਮਹੀਨੇ ਬਾਅਦ ਰੈਂਟ ਪੰਚਾਇਤ ਵੱਲੋਂ ਦਿੱਤਾ ਜਾਂਦਾ ਹੈ ਜੀ। ਕਿਉਂਕਿ ਪਿੰਡ ਵੱਡਾ ਨਾ, ਸੋ ਦੈਨ ਇਹ ਲਾਈਟਾਂ ਜਿਹੜੀਆਂ ਨੇ ਪਬਲਿਕ ਦਾ ਵੀ ਕਹਿਣਾ ਵੀ ਘੱਟ ਨੇ, ਸੁਵਿਧਾ ਹੈਗੀ ਹੈ ਬਟ ਥੋੜੀ ਹੈ।
ਸੋਲਰ ਲਾਈਟਾਂ ਲੱਗੀਆਂ ਸੀਗੀਆਂ ਜੀ, ਉਹਦੀ ਜਿਹੜੀ ਰਿਪੇਅਰ ਲਾ ਲਓ ਜਾਂ ਗਿਣਤੀ ਦੇ ਵਿੱਚ ਆਪਾਂ ਇੰਨੀ ਜ਼ਿਆਦਾ ਨਹੀਂ ਲਾ ਸਕਦੇ, ਕਿਉਂਕਿ ਅੰਦਰਲੇ ਜਿਹੜੇ ਰਸਤੇ ਛੋਟੀਆਂ ਜਾਂ ਤੰਗ ਗਲੀਆਂ ਨੇ ਉੱਥੇ ਚਾਨਣ ਦੀ ਜ਼ਰੂਰਤ ਜ਼ਿਆਦਾ ਹੁੰਦੀ ਹੈ। ਵੈਸੇ ਉਹ ਲੱਗੀਆਂ ਹੋਈਆਂ ਤਾਂ ਪਰਸਨਲੀ ਕਿਸੇ ਨੂੰ ਕਨੈਕਸ਼ਨ ਲੈ ਕੇ ਉਹਨੂੰ ਜਿਹੜੇ 50 ਰੁਪਏ ਇੱਕ ਮਹੀਨੇ ਦੇ ਅਸੀਂ ਉਹ ਦੇ ਰਹੇ ਜੀ ਲਾਈਟ। ਔਰ ਜੇਕਰ ਆਪਾਂ ਗੱਲ ਕਰੀਏ ਤੁਹਾਡੇ ਪਿੰਡ ਦੇ ਵਿੱਚ ਹੱਡਾ ਰੋੜੀ ਦੀ, ਤੁਸੀਂ ਕੀ ਪ੍ਰਬੰਧ ਕੀਤਾ ਹੋਇਆ ਤੁਹਾਡੀ ਪੰਚਾਇਤ ਨੇ? ਹੱਡਾ ਰੋੜੀ ਪਹਿਲਾਂ ਓਪਨ ਸੀਗੀ ਜੀ, ਮੇਰੇ ਤੋਂ ਪਹਿਲਾਂ ਵੀ ਸਰਪੰਚ ਸਾਹਿਬ ਸੀਗੇ ਜਿਹੜੇ, ਹੁਣ ਮੈਂ ਇਹ ਨਹੀਂ ਪਤਾ ਕਿਹਦੀ ਟਰਮ 'ਚ ਹੋਇਆ ਸੀ, ਪਰ ਉਹਨਾਂ ਨੇ 4 ਦੀਵਾਰੀ ਕਰਕੇ ਗੇਟ ਵਗੈਰਾ ਲਾ ਕੇ ਵਧੀਆ ਤਰੀਕੇ ਨਾਲ ਪ੍ਰੋਪਰ ਤਿਆਰ ਕਰਤੇ ਸੀ। ਹਰਬੰਸ ਸਿੰਘ ਖਾਲਸਾ ਜੀ, ਤੁਹਾਡੇ ਕਾਰਜਕਾਲ ਦੇ ਦੌਰਾਨ ਸਰਕਾਰ ਕਰਨੀ ਤੁਹਾਨੂੰ ਤੁਹਾਡੇ ਪਿੰਡ ਦੇ ਵਿਕਾਸ ਕੰਮਾਂ ਦੇ ਲਈ ਹੁਣ ਤੱਕ ਕਿੰਨੀ ਰਕਮ ਆਈ? ਤਕਰੀਬਨ 14ਵਾਂ ਵਿੱਤ ਕਮਿਸ਼ਨ ਲਾ ਕੇ ਜੀ 30 ਲੱਖ ਪਲੱਸ ਆ ਗਈ ਆ ਜੀ। ਤੇ ਤੁਸੀਂ ਕਿਹੜੇ ਕੰਮ ਕੀਤੇ? ਮੇਨ ਸੀਵਰੇਜ ਦਾ ਜੀ। ਤੁਸੀਂ 30 ਲੱਖ ਦੇ ਨਾਲ ਸਿਰਫ ਸੀਵਰੇਜ ਦੇ ਹੀ ਕੰਮ ਨਿਪਟੇ ਜਾ ਰਹੇ? ਹਾਂਜੀ, ਏਰੀਆ ਕਾਫੀ ਪੈ ਜਾਂਦੇ। ਸਭ ਤੋਂ ਪਹਿਲਾਂ ਅਸੀਂ ਰਵਿਦਾਸ ਨਗਰੀ ਐਸਸੀ ਏਰੀਆ ਜਿਹੜਾ ਸੀਗਾ ਜੀ, ਤਕਰੀਬਨ ਉਹ ਕੰਪਲੀਟ ਕੀਤਾ ਜੀ ਪਹਿਲ ਦੇ ਆਧਾਰ ਤੇ, ਕਿਉਂਕਿ ਆਮ ਜ਼ਿਆਦਾਤਰ ਅਸੀਂ ਦੇਖਿਆ ਜਾਂਦਾ ਕਿ ਉੱਧਰਲੇ ਏਰੀਆ ਛੱਡ ਕੇ ਹਰੇਕ ਸਰਪੰਚ ਜਾਂ ਕੋਈ ਵੀ ਮੈਂਬਰ ਆ ਜੀ ਉਹ ਇਹ ਖਿੱਚ ਕਰਦਾ ਹੁੰਦਾ ਕਿ ਆਪਦਾ ਏਰੀਆ ਕੰਪਲੀਟ ਕਰ ਲਈਏ, ਪਰ ਅਸੀਂ ਪਹਿਲ ਦੇ ਆਧਾਰ ਤੇ ਉੱਧਰਲਾ ਸਾਰਾ ਕਰਕੇ ਫਿਰ ਇੱਧਰ ਬਾਕੀ ਰਹਿੰਦਾ ਜਿਹੜਾ ਉਹ ਸ਼ੁਰੂ ਕਰਿਆ ਹੋਇਆ। ਤੁਹਾਡੇ ਹਲਕੇ ਤੋਂ ਐਮਐਲਏ ਇਲੈਕਸ਼ਨ ਜਿੱਤੀ ਸਰਦਾਰ ਮਨਪ੍ਰੀਤ ਸਿੰਘ ਯਾਲੀ ਜੀ ਨੇ, ਔਰ ਤੁਹਾਡੇ ਐਮਐਲਏ ਮਨਪ੍ਰੀਤ ਯਾਲੀ ਜੀ ਜਿੱਤ ਤੋਂ ਬਾਅਦ ਕੀ ਪਿੰਡ ਦੇ ਵਿੱਚ ਆਏ? ਨਹੀਂ, ਵਿਕਾਸ ਦੇ ਲਈ ਨਹੀਂ ਹੈ, ਵੈਸੇ ਪਰਸਨਲੀ ਕੋਈ ਫੰਕਸ਼ਨ ਦੇ ਵਿੱਚ ਜਾਂ ਸੋਗ ਸਮਾਗਮ ਦੇ ਵਿੱਚ ਹਾਜ਼ਰੀ ਭਰਦੇ ਰਹਿੰਦੇ ਨੇ ਜੀ। ਔਰ ਤੁਹਾਡੀ ਪੰਚਾਇਤ ਨੂੰ ਐਮਐਲਏ ਫੰਡ ਵਿੱਚ ਉਹਨਾਂ ਨੇ ਕੋਈ ਰਕਮ ਦਿੱਤੀ? ਨਹੀਂ। ਔਰ ਜੇਕਰ ਗੱਲ ਕੀਤੀ ਜਾਵੇ, ਇਸ ਸਮੇਂ ਮੌਜੂਦਾ ਸਰਕਾਰ ਕਾਂਗਰਸ ਦੀ ਹੈ ਤੇ ਤੁਹਾਡੇ ਐਮਪੀ ਨੇ ਸਰਦਾਰ ਰਵਨੀਤ ਸਿੰਘ ਬਿੱਟੂ ਜੀ। ਰਵਨੀਤ ਸਿੰਘ ਬਿੱਟੂ ਜੀ ਦੇ ਫੰਡ ਵਿੱਚੋਂ ਪਿੰਡ ਤਲਵੰਡੀ ਕਲਾਂ ਨੂੰ ਕੋਈ ਗ੍ਰਾਂਟ ਆਈ? ਹਾਂਜੀ, ਇੱਥੇ ਇਹ ਜ਼ਰੂਰ ਅਸੀਂ ਅਫਸੋਸ ਪ੍ਰਗਟ ਕਰਦੇ ਹਾਂ ਕਿ ਐਮਪੀ ਫੰਡ ਦੇ ਵਿੱਚੋਂ ਕੋਈ ਵੀ ਅਜੇ ਤੱਕ ਡਿਵੈਲਪਮੈਂਟ ਲਈ ਜਾਂ ਹੋਰ ਤਲਵੰਡੀ ਕਲਾਂ ਨੂੰ ਨਹੀਂ ਮਿਲਿਆ। ਜੇਕਰ ਗੱਲ ਕੀਤੀ ਜਾਵੇ ਤੁਹਾਡੀ ਤੇ ਹਲਕਾ ਦਾਖਾ ਦੇ ਵਿੱਚ ਜਿੰਨਾ ਵੀ ਸਰਪੰਚ ਭਾਈਚਾਰਾ ਆਲਮੋਸਟ ਉਹ ਸਾਰਾ ਹੀ ਜਾਣੂ ਹੈ ਕਿ ਕਾਂਗਰਸ ਦੇ ਹਲਕਾ ਦਾਖਾ ਦੇ ਵਿੱਚ ਹਲਕਾ ਇੰਚਾਰਜ OSD ਸੰਦੀਪ ਸੰਧੂ ਜੀ ਦੇ ਤਲਵੰਡੀ ਕਲਾਂ ਦੇ ਜੋ ਸਰਪੰਚ ਸਰਦਾਰ ਹਰਬੰਸ ਸਿੰਘ ਖਾਲਸਾ ਜੀ ਨੇ ਉਹ ਚਹੇਤੇ ਨੇ, ਤੇ ਤੁਹਾਡੇ OSD ਸੰਦੀਪ ਸੰਧੂ ਜੀ ਨੇ ਤਲਵੰਡੀ ਕਲਾਂ ਨੂੰ ਵਿਕਾਸ ਕੰਮ ਲਈ ਕੀ ਸਹਿਯੋਗ ਦਿੱਤਾ? ਸਭ ਤੋਂ ਜ਼ਿਆਦਾ ਜਿਹੜਾ ਮੈਂ ਕਹਿੰਦੀ ਗ੍ਰਾਂਟ ਤੋਂ ਵੀ ਜ਼ਿਆਦਾ ਅਹਿਮੀਅਤ ਰੱਖਦਾ ਨਾ ਜਿਹੜਾ ਬਲਾਕ ਦੇ ਵਿੱਚ BDPO ਡਿਪਾਰਟਮੈਂਟ ਆ ਨਾ ਜੀ, ਉੱਥੇ ਕਈ ਵਾਰ ਸਰਪੰਚ ਨੂੰ ਜਾਂ ਪੰਚਾਇਤ ਨੂੰ ਕਾਫੀ ਸਮੱਸਿਆ ਆ ਜਾਂਦੀ ਆ ਕਾਰਵਾਈ ਕੰਪਲੀਟ ਕਰਨ ਦੇ ਵਿੱਚ ਜਾਂ ਪੇਮੈਂਟ ਵਗੈਰਾ ਜੋ ਵੀ ਅਸੀਂ ਕੰਮ ਕਰਾਉਂਦੇ ਆ ਜੀ। ਉਸ ਪੱਖੋਂ ਹਰ ਟਾਈਮ ਉਹਨਾਂ ਨੇ ਜਦੋਂ ਵੀ ਫੋਨ ਦੇ ਉੱਪਰ ਹੀ ਮੈਸੇਜ ਕਰ ਦਈਏ ਤਾਂ ਉਹ ਸਮੱਸਿਆ ਸਾਡੀ ਹੱਲ ਹੋ ਜਾਂਦੀ ਆ ਜੀ। ਬਾਕੀ ਸਹਿਯੋਗ ਦੀ ਗੱਲ ਜੀ, ਇੱਕ ਉਹਨਾਂ ਨੇ ਪਹਿਲਾਂ ਵੀ ਇੱਥੇ ਇੱਕ ਜਿਹੜਾ ਥਾਪਰ ਮਾਡਲ ਸੀਗਾ, ਕਿਉਂਕਿ ਬਲਾਕ ਦੇ ਰਾਹੀਂ ਕੋਈ ਵੀ ਕਾਰਵਾਈ ਚਾਹੇ ਉਹ ਮਨਰੇਗਾ ਦੀ ਸੈਂਟਰ ਸਕੀਮ ਆ, ਪਰ ਉਹ ਸਟਾਰਟਿੰਗ ਆ ਜਿਹੜੀ ਬਲਾਕ ਤੋਂ ਹੋਣੀ ਹੈ। ਸਾਨੂੰ ਸਿੱਧਵਾਂ ਬਿੱਟ ਬਲਾਕ ਪੈ ਜਾਂਦੇ ਨੇ। ਸਰਦਾਰ ਗੁਰਪ੍ਰੀਤ ਸਿੰਘ ਜੀ BDPO ਸਾਹਿਬ ਨੇ, ਦਲਜਿੰਦਰ ਸਿੰਘ ਜੀ ਸੈਕਟਰੀ ਸਾਹਿਬ ਨੇ ਬਹੁਤ ਵਧੀਆ ਉਹ ਸਾਡੇ ਨਾਲ ਸਹਿਯੋਗ ਦੇ ਰਹੇ ਨੇ। ਤੇ ਪਰ ਸੰਦੀਪ ਸੰਧੂ ਜੀ ਉਹਨਾਂ ਨੂੰ ਸਪੈਸ਼ਲ ਉਹਨਾਂ ਨੇ ਕਿਹਾ ਸੀਗਾ ਕਿ ਤਲਵੰਡੀ ਕਲਾਂ ਨੂੰ ਕੋਈ ਵੀ ਸੈਂਟਰ ਦੀ ਜਿਹੜੀ ਸਕੀਮ ਆ ਜਾਂ ਕੋਈ ਸਾਡੇ ਲਈ ਸੇਵਾ ਹੈ ਉਹ ਉਹਨਾਂ ਨੂੰ ਜਾਣੂ ਕਰਵਾਉਂਦੇ ਰਹਿੰਦੇ ਨੇ। ਇਹ ਸਭ ਤੋਂ ਵੱਡਾ ਮੈਂ ਕਹਿੰਦਾ ਸਹਿਯੋਗ ਹੈ ਕਿ ਜਦੋਂ ਕੋਈ ਸਾਨੂੰ ਸਮੱਸਿਆ BDPO ਦਫ਼ਤਰ ਕਰਨੀ ਆਉਂਦੀ ਹੈ ਉਹ ਸਾਡੀ ਇੱਕ ਫੋਨ ਤੇ ਹੱਲ ਹੋ ਜਾਂਦੀ ਹੈ ਜੀ। ਹਰਬੰਸ ਸਿੰਘ ਖਾਲਸਾ ਜੀ, ਅਸੀਂ ਚਾਹਾਂਗੇ ਕਿ ਸਿਟੀ ਲਾਈਵ ਚੈਨਲ ਦੇ ਜ਼ਰੀਏ ਤੁਸੀਂ ਆਪਣੇ ਐਮਐਲਏ ਸਰਦਾਰ ਮਨਪ੍ਰੀਤ ਸਿੰਘ ਯਾਲੀ ਜੀ ਨੂੰ ਆਪਣੇ ਪਿੰਡ ਦਾ ਕੋਈ ਇੱਕ ਵਿਕਾਸ ਕੰਮ ਦੇ ਲਈ ਜੋ ਤੁਹਾਨੂੰ ਗ੍ਰਾਂਟ ਚਾਹੀਦੀ ਹੈ ਉਹਦੇ ਲਈ ਸੁਨੇਹਾ ਦਿਓ। ਵਿਕਾਸ ਜੀ ਸੀਵਰੇਜ ਦਾ ਚੱਲ ਰਿਹਾ ਕਾਫੀ ਵੱਡਾ ਪ੍ਰੋਜੈਕਟ ਹੈ, 1.5-2 ਕਰੋੜ ਰੁਪਏ ਸਾਡਾ ਲੱਗ ਜਾਣਾ ਜੀ। ਸਾਡੀ ਇਹ ਬੇਨਤੀ ਹੈ ਵੀ ਐਮਐਲਏ ਸਾਹਿਬ ਜੇ ਦੇ ਸਕਦੇ ਨੇ ਆਪਣੇ ਜੋ ਵੀ ਇਹਨਾਂ ਦਾ ਸਿਸਟਮ ਹੁੰਦਾ ਤਾਂ ਪਹਿਲ ਦੇ ਆਧਾਰ ਤੇ ਸਾਨੂੰ ਕਾਫੀ ਵੱਡੀ ਗ੍ਰਾਂਟ ਚਾਹੀਦੀ ਹੈ ਜੀ। ਤੇ ਬਾਕੀ ਹੋਰ ਵੀ ਵਿਕਾਸ ਬਹੁਤ ਕਰਨ ਵਾਲੇ ਜੀ। ਗਰਾਊਂਡ ਸਾਡੇ ਬਹੁਤ ਕਮੀ ਹੈ, ਗਰਾਊਂਡ ਜਿਹੜੀ ਜਗ੍ਹਾ ਵਾ ਸਾਡੀ ਪੰਚਾਇਤੀ ਉਹ ਦੂਰ ਆ ਪਿੰਡ ਤੋਂ, ਨੇੜੇ ਗਰਾਊਂਡ ਛੋਟੇ ਨੇ ਜੀ। ਇਹ ਵੱਡੀਆਂ ਸਾਡੀਆਂ ਜਿਹੜੀਆਂ ਮੰਗਾਂ ਨੇ, ਕੋਸ਼ਿਸ਼ ਚਲੋ ਅਸੀਂ ਵੀ ਕਰਾਂਗੇ, ਪਰ ਸਾਡੀ ਬੇਨਤੀ ਹੈ ਕਿ ਪਹਿਲ ਦੇ ਆਧਾਰ ਤੇ ਜਿਹੜੇ ਸਾਡੇ ਮਸਲੇ ਹੱਲ ਕੀਤੇ ਜਾਣ। ਹਰਬੰਸ ਸਿੰਘ ਖਾਲਸਾ ਜੀ, ਜਦੋਂ ਤੁਸੀਂ ਪਿੰਡ ਦੇ ਸਰਪੰਚ ਨਹੀਂ ਸੀ ਤੇ ਉਸ ਸਮੇਂ ਤੁਹਾਨੂੰ ਆਪਣੇ ਪਿੰਡ ਦੇ ਵਿੱਚ ਵਿਚਰਦੇ ਹੋਏ ਪਿੰਡ ਦੀਆਂ ਕਿਹੜੀਆਂ ਕਮੀਆਂ ਨਜ਼ਰ ਆਉਂਦੀਆਂ ਸੀ ਜਿਨ੍ਹਾਂ ਨੂੰ ਹੁਣ ਤੁਸੀਂ ਆਪਣੇ ਕਾਰਜਕਾਲ ਦੇ ਦੌਰਾਨ ਖਤਮ ਕਰਨਾ ਚਾਹੋਗੇ? ਹਾਂਜੀ ਭੈਣੇ, ਸਭ ਤੋਂ ਪਹਿਲਾਂ ਨਾ ਹਰ ਇੱਕ ਪਿੰਡ ਦੀ ਜਿਹੜੀ ਪਹਿਲ ਦੇ ਆਧਾਰ ਤੇ ਕੰਮ ਕਰਨ ਵਾਲਾ ਹੁੰਦਾ, ਪਿੰਡ ਦੀ ਜਿਹੜੇ ਪਾਣੀ ਦੀ ਨਿਕਾਸੀ ਆ ਜੀ। ਘਰਾਂ ਤੋਂ ਨਾਲੀਆਂ ਤੋਂ ਲੈ ਕੇ ਛੱਪੜ ਤੋਂ ਅੱਗੇ ਅਸੀਂ ਡਰੇਨ ਦੇ ਵਿੱਚ ਜਾਂ ਜੋ ਵੀ ਟ੍ਰੀਟਮੈਂਟ ਕੋਈ ਸਿਸਟਮ ਆ ਉਹ ਜ਼ਰੂਰੀ ਹੁੰਦਾ। ਉਹ ਸਾਡੇ ਪਿੰਡ ਦਾ 0 ਲੈਵਲ ਤੋਂ ਵੀ ਥੱਲੇ ਸੀਗਾ
ਜੀ। ਸੇਮ ਤੋਂ ਲੈ ਕੇ 2 ਕਿਲੋਮੀਟਰ ਤੱਕ ਸਾਡਾ 1 ਕਿਲੋਮੀਟਰ ਛੱਪੜ ਪੈ ਜਾਂਦਾ ਜੀ। ਛੱਪੜ ਤੋਂ ਬੈਕ ਸਾਈਡ ਜੇ ਆਈ ਜੀ ਜਿਹੜਾ ਰਸਤਾ ਸ਼ਮਸ਼ਾਨ ਘਾਟ ਦਾ ਸੀਗਾ ਜੀ, ਉੱਥੇ ਤੱਕ ਪੂਰੀ ਬਲੋਕੇਜ ਹੋ ਗਈ ਸੀਗੀ ਜੀ। 1 ਸਾਲ ਲਗਾਤਾਰ ਪਾਣੀ ਖੜ੍ਹ ਕੇ ਤੇਜ਼ਾਬੀ ਪਾਣੀ ਬਣ ਗਿਆ ਸੀਗਾ ਜੀ। ਜਿਹੜੇ ਵੀ ਖੇਤ ਉੱਧਰ ਲੱਗਦੇ ਸੀਗੇ ਉਹਨਾਂ ਨੂੰ ਜਾਣ ਦੇ ਵਿੱਚ ਮੁਸ਼ਕਲ, ਤੇ ਪ੍ਰਾਇਮਰੀ ਸਕੂਲ ਦਾ ਮੇਨ ਰਸਤਾ ਸੀਗਾ ਜੀ। ਜੀ। ਬੱਚਿਆਂ ਦੇ ਜਾਂ ਉੱਧਰ ਜਾਣ ਵਾਲੇ ਦੇ ਪੈਰਾਂ ਦੇ ਵਿੱਚ ਜ਼ਖਮ ਹੋ ਗਏ ਸੀ ਜੀ। ਹਾਲਤ ਜਾਣੀ ਬਹੁਤ ਜ਼ਿਆਦਾ ਨਾਜ਼ੁਕ ਸੀ। ਫਿਰ ਅਸੀਂ ਗੁਰਦੁਆਰਾ ਸਾਹਿਬ ਅਨਾਉਂਸਮੈਂਟ ਕਰਕੇ ਜੀ, ਪੰਚਾਇਤ ਤੋਂ ਬਿਨਾਂ ਨਗਰ ਦੇ ਸਹਿਯੋਗ ਦੇ ਨਾਲ ਉੱਥੇ ਮਾਇਆ ਇਕੱਤਰ ਕੀਤੀ। ਸਭ ਤੋਂ ਪਹਿਲਾਂ ਸੇਮ ਦੇ ਵਿੱਚੋਂ ਗੱਪ ਕੱਢ ਕੇ, ਕਿਉਂਕਿ 40-50 ਸਾਲ ਬਜ਼ੁਰਗਾਂ ਦੇ ਦੱਸਣ ਮੁਤਾਬਕ 40-50 ਸਾਲ ਤੋਂ ਸੇਮ ਦੀ ਸਫਾਈ ਨਹੀਂ ਹੋਈ ਸੀ। ਜਿਹੜਾ ਪੁਲ ਸੀਗਾ ਜੀ। ਉਹ ਸਾਰੀ ਸਫਾਈ ਕੀਤੀ ਗਈ JCB ਲਾ ਕੇ। ਆਪ ਅਸੀਂ ਕਈਆਂ ਲੈ ਕੇ ਨੌਜਵਾਨ ਵੀਰਾਂ ਨੇ 40-50 ਨਾਲ ਲੱਗੇ ਟਰਾਲੀਆਂ ਭਰ ਕੇ ਕੱਢਿਆ। ਫਿਰ ਉੱਥੋਂ ਤੋਂ ਸਫਾਈ ਕਰਦੇ ਕਰਦੇ ਛੱਪੜ ਤੱਕ ਜਿਹੜੀ ਸੀਵਰੇਜ ਦੀ ਲਾਈਨ ਸੀ ਉਹ ਸਾਰੀ ਹੱਥੀਂ ਸਾਫ਼ ਕਰੀ ਜੀ। ਮੇਨ ਸਾਡਾ ਜਿਹੜਾ ਉੱਥੋਂ ਹੀ ਆਵਾਜ਼ ਉੱਠੀ, ਕਿਉਂਕਿ ਸੰਗਤ ਆਵਾਜ਼ ਦਿੰਦੀ ਹੁੰਦੀ ਹੈ ਜੀ, ਨਾ ਕਿ ਮੈਂ ਕਹਿੰਦਾ ਜੀ ਮੈਂ ਸਰਪੰਚ ਖੜਨਾ ਜਾਂ ਕੋਈ ਹੋਰ ਇਹ ਸੋਚੇ। ਪਿੰਡ ਦਾ ਜਿਹੜਾ ਸਰਪੰਚ ਆ ਮੇਰੇ ਹਿਸਾਬ ਨਾਲ ਪਿੰਡ ਹੀ ਸਿਲੈਕਟ ਕਰਦਾ ਜੀ, ਤੇ ਕਰਨਾ ਵੀ ਚਾਹੀਦਾ ਜਿਹੜਾ ਬੰਦਾ ਕੋਈ ਕੰਮ ਕਰ ਸਕਦਾ। ਤੇ ਫਿਰ ਉੱਥੇ ਨੌਜਵਾਨ ਵੀਰਾਂ ਨੇ ਇਹੀ ਕਿਹਾ ਸੀ ਕਿ ਵੀ ਆਪਾਂ ਪੰਚਾਇਤ ਦੇ ਵਿੱਚ ਅੱਗੇ ਆ ਕੇ ਜਿਹੜੇ ਇਸ ਤਰ੍ਹਾਂ ਦੇ ਕੰਮ ਆ ਉਹ ਕਰੀਏ। ਪਰ ਸਾਨੂੰ ਹੱਥ ਤੋਂ ਵੱਧ ਸਹਿਯੋਗ ਮਿਲਿਆ ਜੀ, ਤੇ ਮਾਇਆ ਕਰਕੇ ਵੀ ਵਿਕਾਸ ਲਈ ਜਿਹੜਾ NRA ਫੰਡ ਵੀ ਆ ਰਿਹਾ, ਤੇ ਪਿੰਡ ਦੇ ਵਿੱਚੋਂ ਵੀ ਹਰ ਇੱਕ ਕਿਸੇ ਨੇ ਅੱਜ ਤੱਕ ਕੋਈ ਕੰਮ ਨੂੰ ਰੋਕਿਆ ਨਹੀਂ ਹੈਗਾ। ਸਾਡੇ ਨਾਲ ਪੂਰੀ ਸਹਿਮਤੀ ਦੇ ਨਾਲ ਜਿਹੜਾ ਸਹਿਯੋਗ ਦਿੱਤਾ ਜਾ ਰਿਹਾ ਜੀ। ਤੇ ਸਿਟੀ ਲਾਈਵ ਚੈਨਲ ਦੇ ਜਰੀਏ ਅਸੀਂ ਚਾਹਾਂਗੇ ਕਿ ਤੁਹਾਡੇ MP ਸਰਦਾਰ ਰਵਨੀਤ ਸਿੰਘ ਬਿੱਟੂ ਜੀ ਨੂੰ ਆਪਣੇ ਪਿੰਡ ਦੇ ਵਿਕਾਸ ਕੰਮ ਦੇ ਲਈ ਇੱਕ ਸੁਨੇਹਾ ਦਿਓ। ਹਾਂਜੀ, ਸਾਡੀ ਮੈਂਬਰ ਪਾਰਲੀਮੈਂਟ ਸਾਹਿਬ ਨੂੰ ਇਹ ਬੇਨਤੀ ਹੈ, ਕਿਉਂਕਿ ਉਹ ਘਰ ਵੀ ਆਏ ਸੀਗੇ ਜੀ, ਪਿੰਡ ਵੀ ਆ ਕੇ ਗਏ ਨੇ, ਤੇ ਪਰ ਸਾਨੂੰ ਕਿਤੇ ਨਾ ਕਿਤੇ ਇਹ ਮਹਿਸੂਸ ਜ਼ਰੂਰ ਹੁੰਦਾ, ਕਿਉਂਕਿ MP ਫੰਡ ਆ ਜਿਹੜਾ ਉਹ ਹਰ ਇੱਕ ਪਿੰਡ ਦਾ ਅਧਿਕਾਰ ਹੁੰਦਾ ਜੀ। ਐਵਰੇਜ ਦੇ ਮੁਤਾਬਕ ਆ ਜਿਹੜਾ ਉਹ ਸਾਨੂੰ ਉਹ ਵੀ ਨਹੀਂ ਮਿਲਿਆ, ਪਰ ਮਿਲਣਾ ਜ਼ਿਆਦਾ ਚਾਹੀਦਾ ਸੀ। ਕਿਉਂਕਿ ਜਿਸ ਤਰ੍ਹਾਂ ਰਮਨੀਤ ਸਿੰਘ ਬਿੱਟੂ ਜੀ ਨੇ ਇੱਕ ਕਾਨਫਰੰਸ ਕਰੀ ਸੀਗੀ ਜੀ ਪਿੰਡ ਭਰੋਵਾਲ ਜੀ, ਉੱਥੇ ਉਹਨਾਂ ਨੇ ਚੈੱਕ ਵੰਡੇ ਸੀਗੇ। ਉਹਨਾਂ ਨੇ ਸਭ ਤੋਂ ਇੱਕ ਸੁਝਾਅ ਦਿੱਤਾ ਸੀ ਜਾਂ ਇੱਕ ਸਾਨੂੰ ਹਦਾਇਤ ਕਰੀ ਸੀ ਸਾਰੇ ਸਰਪੰਚਾਂ ਨੂੰ, ਵੀ ਤੁਸੀਂ ਪਿੰਡਾਂ ਦੇ ਵਿੱਚ NRA ਕਮੇਟੀਆਂ ਬਣਾਓ, NRA ਨੂੰ ਪ੍ਰੇਰਿਤ ਕਰਕੇ ਪਿੰਡ ਦੇ ਵਿਕਾਸ ਲਈ ਮਾਇਆ ਜਿਹੜੀ ਆ ਉਹ ਇਕੱਤਰ ਕਰੋ ਜੀ। ਸਰਦਾਰ ਹਰਬੰਸ ਸਿੰਘ ਖਾਲਸਾ ਜੀ, ਗੱਲ ਕੀਤੀ ਜਾਵੇ ਤੁਹਾਡੇ ਪਿੰਡ ਦੀ, ਤੇ ਸਿਟੀ ਲਾਈਵ ਚੈਨਲ ਦੇ ਜਰੀਏ ਤੁਸੀਂ ਆਪਣੇ ਪਿੰਡ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ? ਪਿੰਡ ਵਾਸੀਆਂ ਨੂੰ ਜੀ ਇਹੀ ਹੱਥ ਜੋੜ ਕੇ ਅਪੀਲ ਆ ਕਿ ਅਸੀਂ ਤੁਹਾਡੇ ਚੁਣੇ ਹੋਏ ਨੁਮਾਇੰਦੇ ਹਾਂ ਜੀ। ਸਾਡੀ ਇਹੀ ਕੋਸ਼ਿਸ਼ ਹੈ ਕਿ ਸਾਡੇ ਪਿੰਡ ਦਾ ਜਿਹੜਾ ਇੱਕ ਬੱਚਾ ਜਾਂ ਸਾਡਾ ਨੌਜਵਾਨ ਵੀਰ ਆ ਉਹ ਨਸ਼ੇ ਤੋਂ ਰਹਿਤ ਰਹੇ ਜੀ, ਨਸ਼ੇ ਤੋਂ ਬਚ ਕੇ ਸਾਡੇ ਪਿੰਡ ਦੀ ਜਿਹੜੀ ਜਵਾਨੀ ਆ ਉਹ ਅੱਗੇ ਜਾ ਕੇ ਤਰੱਕੀਆਂ ਕਰੇ, ਤੇ ਪਿੰਡ ਦਾ ਜਿਹੜਾ ਇਲਾਕੇ ਦੇ ਵਿੱਚ ਨਹੀਂ ਬਲਕਿ ਪੰਜਾਬ ਤੱਕ ਸਾਡਾ ਨਾਂ ਪਹੁੰਚੇ। ਅਸੀਂ ਸੀਵਰੇਜ ਸਿਸਟਮ ਜਾਂ ਟਰੀਟਮੈਂਟ ਸਿਸਟਮ ਜੋ ਵੀ ਆ ਉਹਨੂੰ ਕੰਪਲੀਟ ਕਰੀਏ। ਬਹੁਤ ਜ਼ਿਆਦਾ ਸਾਨੂੰ ਸਹਿਯੋਗ ਨਗਰ ਦੇ ਰਿਹਾ ਜੀ। ਅੱਗੇ ਵੀ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਸਾਨੂੰ ਇਸੇ ਤਰ੍ਹਾਂ ਸਹਿਯੋਗ ਮਿਲਦਾ ਰਹੇ। ਤੇ ਬਾਕੀ ਸਾਡੀ ਬੇਨਤੀ ਹੈ ਨੌਜਵਾਨ ਮਾਤਾਵਾਂ ਭੈਣਾਂ ਨੂੰ, ਸਾਡੀਆਂ ਨੌਜਵਾਨ ਵੀਰਾਂ ਨੂੰ, ਕਿ ਸਮਾਜ ਦੇ ਵਿੱਚ ਵਿਚਰਦਿਆਂ ਹੋਇਆਂ ਕਦੇ ਵੀ ਕੋਈ ਇਸ ਤਰ੍ਹਾਂ ਦੀ ਉਹ ਗਲਤੀ ਨਾ ਕਰਨ ਜਿਹਦੇ ਨਾਲ ਪਿੰਡ ਦਾ ਕਿਤੇ ਘਟਾਅ ਹੋਵੇ ਜਾਂ ਕਿਤੇ ਨਾ ਕਿਤੇ ਮਾਤਾ ਪਿਤਾ ਦਾ ਸਤਿਕਾਰ ਘਟੇ, ਕਿਉਂਕਿ ਵੱਡੀਆਂ ਗੱਲਾਂ ਨੇ ਫਿਰ ਪੰਚਾਇਤ ਤੱਕ ਪਹੁੰਚਦੀਆਂ ਨੇ। ਤੋ ਮੈਂ ਇਹ ਚਾਹੁੰਦਾ ਕਿ ਸਾਡਾ ਜਿਹੜਾ ਖਾਸ ਕਰਕੇ ਸਾਡੀ ਜਿਹੜੀਆਂ ਭੈਣਾਂ ਨੇ ਜਾਂ ਸਾਡੇ ਨੌਜਵਾਨ ਵੀਰ ਆ ਉਹ ਕਿਰਦਾਰ ਪੱਖੋਂ ਬਹੁਤ ਵਧੀਆ ਤਰੀਕੇ ਨਾਲ ਵਿਚਰਨ, ਤਾਂ ਕਿ ਸਾਡੇ ਪਿੰਡ ਦਾ ਇੱਕ ਵਧੀਆ ਸੁਨੇਹਾ ਇਲਾਕੇ ਦੇ ਵਿੱਚ ਤੇ ਸਾਡੇ ਜਿੰਨੇ ਵੀ ਬਜ਼ੁਰਗ ਨੇ ਮਾਤਾ ਪਿਤਾ ਸਾਹਿਬਾਨ ਨੇ ਉਹਨਾਂ ਦਾ ਸਤਿਕਾਰ ਜਿਹੜਾ ਬਣਿਆ। ਜੇਕਰ ਦੇਖਿਆ ਜਾਵੇ ਤੁਹਾਡੇ ਹਲਕਾ ਦਾਖਾ ਦੇ ਵਿੱਚ MLA ਇਲੈਕਸ਼ਨ ਜਦੋਂ ਹੋਈ ਤਾਂ ਉਸ ਸਮੇਂ ਸਰਦਾਰ ਮਨਪ੍ਰੀਤ ਸਿੰਘ ਇਆਲੀ ਜੀ ਵੀ ਹਲਕਾ ਦਾਖਾ ਨੂੰ ਮਿਲੇ, ਔਰ ਉਹਨਾਂ ਦੇ ਨਾਲ ਹੀ ਉਹਨਾਂ ਦੇ ਜੋ ਓਪੋਜ਼ਿਟ ਕੈਂਡੀਡੇਟ ਜੋ ਕੁਝ ਵੋਟਾਂ ਤੋਂ ਪਿੱਛੇ ਰਹਿ ਗਏ ਸੀ OSD ਕੈਪਟਨ ਸੰਦੀਪ ਸੰਧੂ ਜੀ ਵੀ ਉਹ ਵੀ ਹਲਕਾ ਦਾਖਾ ਨੂੰ ਇਸ ਵਕਤ ਮਿਲੇ ਹੋਏ ਨੇ। ਕਿਉਂਕਿ ਜੇਕਰ ਪਿੰਡ ਦੇ ਵਿਕਾਸ ਕੰਮਾਂ ਨੂੰ ਦੇਖਿਆ ਜਾਵੇ ਤਾਂ ਜਿੰਨੇ ਜ਼ਿਆਦਾ ਜਾਗਰੂਕ ਇਸ ਵਕਤ ਹਲਕਾ ਇੰਚਾਰਜ ਸੰਦੀਪ ਸੰਧੂ ਜੀ ਨਜ਼ਰ ਆ ਰਹੇ ਨੇ, ਸ਼ਾਇਦ ਹੀ ਕਿਸੇ ਹਲਕੇ ਦੇ ਵਿੱਚ ਇੰਚਾਰਜ ਇੰਨੇ ਜਾਗਰੂਕ ਹੋਣਗੇ। ਤੇ ਅਸੀਂ ਚਾਹਾਂਗੇ ਅੰਤ ਦੇ ਵਿੱਚ ਕਿ ਸਿਟੀ ਲਾਈਵ ਚੈਨਲ ਦੇ ਜਰੀਏ ਤੁਸੀਂ ਆਪਣੇ ਹਲਕਾ ਇੰਚਾਰਜ OSD ਕੈਪਟਨ ਸੰਦੀਪ ਸੰਧੂ ਜੀ ਨੂੰ ਪਿੰਡ ਦੇ ਵਿਕਾਸ ਕੰਮਾਂ ਦੇ ਲਈ ਸੁਨੇਹਾ ਦਿਓ। ਤੁਸੀਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਵੀ ਉਹ ਚਲੋ ਸਤਿਕਾਰ ਕਰਦੇ ਨੇ ਸਾਰੇ ਸਰਪੰਚਾਂ ਦਾ, ਤੇ ਸਪੈਸ਼ਲ ਤੌਰ 'ਤੇ ਬਾਣੀ ਕਰਕੇ ਉਹਨਾਂ ਦੀ ਨਿਗਾਹ ਜ਼ਿਆਦਾ ਸਾਡੇ 'ਤੇ ਰਹਿੰਦੀ ਆ। ਪਰ ਮੈਂ ਇਸ ਗੱਲ ਕਰਕੇ ਨਹੀਂ ਉਹਨਾਂ ਦਾ ਸਤਿਕਾਰ ਕਰ ਰਿਹਾ ਕਿ ਮੈਨੂੰ ਸਪੈਸ਼ਲ ਸਮਝਦੇ ਨੇ, ਪਰ ਇੱਕ ਪ੍ਰਮਾਤਮਾ ਨੂੰ ਮੈਂ ਹਾਜ਼ਰ ਨਾਜ਼ਰ ਸਮਝ ਕੇ ਇੱਕ ਨਿਰਪੱਖ ਸੋਚ ਮੁਤਾਬਕ ਇਹ ਗੱਲ ਕਹਿ ਰਿਹਾ ਕਿ ਠੀਕ ਹੈ ਵੀ ਗ੍ਰਾਂਟਾਂ ਪਹਿਲਾਂ ਆਈਆਂ ਨੇ ਜੀ MLA ਸਾਹਿਬ ਦੇ ਟਾਈਮ, ਮਨਪ੍ਰੀਤ ਸਿੰਘ ਦੇ ਟਾਈਮ, ਪਰ ਉੱਥੇ ਕਮੀ ਕੀ ਰਹੀ
ਕਿ ਆ ਕੇ ਚੈੱਕ ਨਹੀਂ ਕੀਤਾ ਗਿਆ ਵੀ ਕਿਹੜੇ ਪਿੰਡ ਨੂੰ, ਮੰਨ ਲਓ ਸਾਡੇ ਪਿੰਡ ਨੂੰ ਜਾਂ ਕਿਸੇ ਹੋਰ ਪਿੰਡ ਦਾ ਆਪਾਂ ਜ਼ਿਕਰ ਕਰੀਏ 50 ਲੱਖ ਗ੍ਰਾਂਟ ਦਿੱਤੀ ਨੇ ਜਾਂ 20 ਲੱਖ ਰੁਪਈਆ ਗ੍ਰਾਂਟ ਆ ਗਈ, ਪਰ ਉਹ ਗ੍ਰਾਂਟ ਲੱਗ ਕਿੱਥੇ ਰਹੀ ਹੈ ਜਾਂ ਕੀ ਪ੍ਰੋਜੈਕਟ ਚਲਾ ਰਹੇ ਨੇ। ਮੈਂ ਕਹਿੰਦਾ ਵੀ ਉਹ ਕਿਤੇ ਨਾ ਕਿਤੇ ਇੱਥੇ ਉਹਨਾਂ 'ਚ ਕਮੀ ਰਹੀ, ਉਹਨਾਂ ਨੇ ਆ ਕੇ ਚੈੱਕ ਨਹੀਂ ਕੀਤਾ ਜੀ। ਪਰ ਇਸ ਤੋਂ ਆਪੋਜੀਟ ਜੇ ਸੰਦੀਪ ਸੰਧੂ ਜੀ ਦੀ ਗੱਲ ਕਰੀਏ ਜੀ, 2 ਜਾਂ 3 ਵਾਰ ਸਾਡੇ ਪਿੰਡ ਆ ਗਏ ਨੇ ਜੀ। ਅਸੀਂ ਅਖਬਾਰਾਂ 'ਤੇ ਵੀ ਦੇਖਦੇ ਹਾਂ, ਸੋਸ਼ਲ ਮੀਡੀਆ ਫੇਸਬੁੱਕ 'ਤੇ ਵੀ ਮਤਲਬ ਹਰੇਕ ਵੀਕ ਉਹਨਾਂ ਦਾ 1-2 ਦਿਨ ਦਾ ਜਿਹੜਾ ਪ੍ਰੋਗਰਾਮ ਹੁੰਦਾ ਪਿੰਡਾਂ ਦੇ ਵਿੱਚ ਜਾ ਕੇ ਵਿਕਾਸ ਕੰਮਾਂ ਦਾ ਜਾਇਜ਼ਾ ਲੈਣਾ ਹੁੰਦਾ ਜੀ। ਗ੍ਰਾਂਟ ਦੇਣ ਤੋਂ ਜਿਹੜਾ ਵੱਡਾ ਕੰਮ ਆ ਨਹੀਂ, ਵੱਡੀ ਜ਼ਿੰਮੇਵਾਰੀ ਗ੍ਰਾਂਟ ਨੂੰ ਸਹੀ ਤਰੀਕੇ ਨਾਲ ਜੇ ਕੋਈ ਲੀਡਰ ਲਗਵਾ ਸਕਦਾ ਤਾਂ ਮੈਨੂੰ ਲੱਗਦਾ ਵੀ ਪੂਰੇ ਪੰਜਾਬ ਦੇ ਵਿੱਚੋਂ, ਕਿਉਂਕਿ ਮੈਂ ਇਹ ਨਹੀਂ ਕਹਿ ਰਿਹਾ ਕਿ ਉਹਨਾਂ ਸਾਈਡ ਜਾਂ ਪੱਖ ਜਾਂ ਇੱਕ ਸੱਚ ਹਕੀਕਤ ਆ ਜੀ, ਸਾਰੇ ਸਰਪੰਚਾਂ ਨੂੰ ਪਤਾ ਜਾਂ ਸਾਡੇ ਮੀਡੀਆ ਨੂੰ ਪਤਾ ਵੀ ਪੂਰੇ ਪੰਜਾਬ ਦੇ ਵਿੱਚੋਂ ਸ਼ਾਇਦ ਸੰਦੀਪ ਸੰਧੂ ਹੋਣਗੇ ਜਿਹੜੇ ਵਿਕਾਸ ਨੂੰ ਦੇਖ ਵੀ ਰਹੇ ਨੇ ਤੇ ਕੋਸ਼ਿਸ਼ ਵੀ ਕਰ ਰਹੇ ਨੇ ਕਿ ਸਾਰਾ ਹਲਕਾ ਦਾਖਾ ਜਿਹੜਾ ਇੱਕ ਸੀਵਰੇਜ ਸਿਸਟਮ ਹੋਵੇ ਜਾਂ ਜੋ ਵੀ ਗਰਾਊਂਡਾਂ ਦਾ ਹੋਵੇ, ਕੋਈ ਵੀ ਮੁੱਦਾ ਵਾ ਜਿਹੜਾ ਉਹ ਕੰਪਲੀਟ ਕਰਨ ਤੇ ਉਹਨਾਂ ਦਾ ਪੂਰਾ ਭਾਵਨਾ ਦੇ ਨਾਲ ਜੁੜੇ ਹੋਏ ਨੇ ਜੀ। ਪੂਰਾ ਟਾਈਮ ਦਿੰਦੇ ਨੇ, ਸਵੇਰ ਤੋਂ ਲੈ ਕੇ 8 ਵਜੇ ਤੋਂ ਲੈ ਕੇ ਸ਼ਾਮ 8-9 ਵਜੇ ਤੱਕ ਉਹ ਪੂਰਾ ਵਿਚਰਦੇ ਨੇ ਹਰ ਇੱਕ ਤਰ੍ਹਾਂ ਦਾ ਜਿਹੜਾ ਕੰਮ ਆ। ਇੱਕ ਹੋਰ ਮੈਂ ਤੁਹਾਨੂੰ ਦੱਸਦਾ, ਕਿਉਂਕਿ ਜੋ ਮੇਰੇ ਨਾਲ ਪ੍ਰੈਕਟੀਕਲ ਹੋਇਆ ਜੀ, ਅਸੀਂ ਜਦੋਂ ਵੀ ਉਹਨਾਂ ਕੋਲ ਕਿਸੇ ਕੰਮ ਨੂੰ ਗਏ ਹਾਂ, ਸਾਡੇ ਪਿੰਡ ਦੇ ਬਹੁਤ ਮਸਲੇ ਹੋ ਜਾਂਦੇ, ਕੋਈ ਥਾਣੇ ਦਾ ਕਿਸੇ ਦਾ ਕਚਹਿਰੀ ਦਾ, ਕਦੇ ਉਹਨਾਂ ਨੇ ਪਾਰਟੀ ਨਹੀਂ ਪੁੱਛੀ ਜੀ। ਸਾਡੀ ਉਹਨਾਂ ਨੂੰ ਇਹੀ ਬੇਨਤੀ ਹੈ ਕਿ ਸਾਡੇ ਪਿੰਡ ਦੇ ਵਿੱਚ ਜਿਹੜਾ ਪ੍ਰੋਜੈਕਟ ਆ ਕਾਫੀ ਵੱਡਾ ਸੀਵਰੇਜ ਦਾ ਚੱਲ ਰਿਹਾ ਜੀ, ਤੇ NRI ਜ਼ਰੂਰ ਸਹਿਯੋਗ ਦੇ ਰਹੇ ਨੇ, ਪਰ NRI ਉਹ ਆਪਣੇ ਖੁਸ਼ੀ ਮੁਤਾਬਕ ਹੱਦ ਤੋਂ ਵੱਧ ਜਿਹੜੀ ਸੇਵਾ ਨਿਭਾ ਰਹੇ ਆ ਜੀ। ਪਰ ਸਾਡੀ ਇਹਨਾਂ ਨੂੰ ਬੇਨਤੀ ਹੈ ਕਿ ਸਰਕਾਰ ਤੋਂ ਕੋਈ ਵਿਸ਼ੇਸ਼ ਪੈਕੇਜ ਆ ਜਿਹੜਾ ਉਹ ਪਿੰਡ ਤਲਵੰਡੀ ਕਲਾਂ ਲਈ ਉਹ ਸਾਨੂੰ ਦਿਵਾਉਣ, ਤਾਂ ਕਿ ਜਿਹੜਾ ਪਿੰਡ ਦਾ ਅਧੂਰਾ ਵਿਕਾਸ ਆ ਉਹ ਸਹੀ ਤਰੀਕੇ ਨਾਲ ਕੀਤਾ ਜਾ ਸਕੇ। ਸਿਟੀ ਲਾਈਵ ਵੱਲੋਂ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਨੂੰ ਅਸੀਂ ਵੀ ਇੱਕ ਵਿਚਾਰ ਸਾਂਝਾ ਕਰਨਾ ਚਾਹਾਂਗੇ। ਲੋਕਾਂ ਨੇ ਤੁਹਾਨੂੰ MP ਬਣਾ ਕੇ ਹੈਟ੍ਰਿਕ ਦਿੱਤੀ, ਔਰ ਜੇਕਰ ਗੱਲ ਕੀਤੀ ਜਾਂਦੀ ਹੈ ਜਦੋਂ ਪਿੰਡ ਦੇ ਵਿਕਾਸ ਕੰਮਾਂ ਦੀ, ਉਹ ਪਿਛਲੇ ਸਮੇਂ ਵਿੱਚ ਜੇਕਰ ਨਜ਼ਰ ਮਾਰੀਏ ਤੇ ਜਿਸ ਸਮੇਂ ਪਿੰਡਾਂ ਦੇ ਵਿੱਚ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਇਆ ਗਿਆ ਸੀ, ਤਾਂ ਉਹਨਾਂ ਦਿਨਾਂ ਦੇ ਵਿੱਚ ਸਕੂਲ ਦੇ ਪ੍ਰਿੰਸੀਪਲ ਔਰ ਟੀਚਰਸ ਨੂੰ ਹਦਾਇਤ ਦਿੱਤੀ ਗਈ ਸੀ ਕਿ ਤੁਹਾਡੇ ਪਿੰਡ ਦੇ ਜੋ NRI ਵੀਰ ਨੇ ਉਹ ਘਰ ਵਾਪਸੀ ਕਰਨ ਵਾਲੇ ਨੇ, ਉਹ ਆਪਣਾ ਛੁੱਟੀਆਂ ਮਨਾਉਣ ਲਈ ਘਰ ਆ ਰਹੇ ਨੇ, ਸੋ NRI ਵੀਰਾਂ ਤੋਂ ਸਹਿਯੋਗ ਲਵੋ। ਔਰ ਹੁਣ ਜੇਕਰ ਗੱਲ ਕੀਤੀ ਜਾਵੇ ਕਿਤੇ ਨਾ ਕਿਤੇ ਜਾ ਕੇ ਉਹੀ ਦੌਰ ਦੁਆਰਾ ਫੇਰ ਹੋ ਰਿਹਾ। ਜੇਕਰ ਗੱਲ ਕਰੀ ਜਾਵੇ ਪਿੰਡਾਂ ਦੇ ਵਿਕਾਸ ਕੰਮਾਂ ਦੀ, ਜੇਕਰ ਸਰਪੰਚ ਭਾਈਚਾਰੇ ਨੂੰ ਆਪਾਂ ਦੇਖਿਆ ਜਾਵੇ ਤਾਂ ਸਰਕਾਰ ਕੰਨਿਓ ਗ੍ਰਾਂਟ ਦਾ ਮਿਲਣਾ ਜ਼ਰੂਰੀ ਹੈ, ਕਿਉਂਕਿ ਜੋ ਪਿੰਡ ਦੇ ਵੋਟਰ ਨੇ, ਜੋ ਪਿੰਡ ਦੇ ਵਸਨੀਕ ਨੇ, ਉਹ ਹਰ ਤਰ੍ਹਾਂ ਦਾ ਟੈਕਸ ਭਰਦੇ ਨੇ। ਟੈਕਸ ਉਹਨਾਂ ਦਾ ਸ਼ੁਰੂ ਹੋ ਜਾਂਦਾ ਜਿਸ ਤਰ੍ਹਾਂ ਹੀ ਸਵੇਰ ਸਮੇਂ ਉਹ ਬੈੱਡ ਤੋਂ ਉਤਰਦੇ ਹੋਏ ਧਰਤੀ ਤੇ ਪੈਰ ਰੱਖਦੇ ਨੇ, ਉਹਨਾਂ ਦਾ ਟੈਕਸ ਸ਼ੁਰੂ ਹੋ ਜਾਂਦਾ। ਜੋ ਉਹ ਪਾਣੀ ਦਾ ਘੁੱਟ ਭਰ ਕੇ ਕੁਰਲੀ ਕਰਦੇ ਨੇ, ਬ੍ਰਸ਼ ਕਰਦੇ ਨੇ, ਔਰ ਜੇਕਰ ਗੱਲ ਕੀਤੀ ਜਾਵੇ ਰਾਤ ਹੋਣ ਤੱਕ ਕਿ ਸੌਣ ਸਮੇਂ ਵੀ ਜਿਹੜਾ ਉਹ ਰਾਤ ਨੂੰ ਦੁੱਧ ਜਾਂ ਚਾਹ ਦਾ ਕੱਪ ਪੀ ਕੇ ਸੌਂਦੇ ਨੇ, ਉੱਥੋਂ ਤੱਕ ਉਹ ਸਰਕਾਰ ਨੂੰ ਟੈਕਸ ਦਿੰਦੇ ਨੇ। ਸੋ ਕਿਉਂ ਕਿਹਾ ਜਾਂਦਾ ਹੈ ਇਸ ਤਰ੍ਹਾਂ ਕਿ NRI ਵੀਰਾਂ ਤੋਂ ਪਿੰਡ ਦੇ ਵਿਕਾਸ ਕੰਮਾਂ ਦੇ ਲਈ ਪੈਸਾ ਲਿਆ ਜਾਵੇ? ਕਿਉਂ ਨਹੀਂ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਉਹ ਪਿੰਡ ਦੇ ਵਸਨੀਕਾਂ ਨੂੰ ਹੀ ਨਹੀਂ, ਪੂਰੇ ਪੰਜਾਬ ਦੇ ਵਸਨੀਕਾਂ ਨੂੰ ਗ੍ਰਾਂਟ ਦਿਓ, ਤੁਸੀਂ ਸਰਕਾਰ ਦੇ ਖਜ਼ਾਨੇ ਵਿੱਚੋਂ ਪੈਸਾ ਦਿਓ ਜਿਸ ਦੇ ਨਾਲ ਪਿੰਡ ਦੇ ਵਿਕਾਸ ਕੰਮ ਹੋ ਸਕਣ। ਆਉਣ ਵਾਲੇ ਸਮੇਂ ਦੇ ਵਿੱਚ ਹਲਕਾ ਦਾਖਾ ਦੇ ਪਿੰਡ ਤਲਵੰਡੀ ਕਲਾਂ ਦੇ ਸਰਪੰਚ ਸਰਦਾਰ ਹਰਬੰਸ ਸਿੰਘ ਖਾਲਸਾ ਜੀ ਦੇ ਅੱਗੇ ਦੇ ਕੰਮਾਂ ਕਾਰਾਂ ਦਾ ਵੇਰਵਾ ਜਾਣਨ ਦੇ ਲਈ ਸਿਟੀ ਲਾਈਵ ਚੈਨਲ ਦੇ ਨਾਲ ਜੁੜੇ ਰਹੋ। ਸਿਟੀ ਲਾਈਵ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਹੀ ਬੈਲ ਆਈਕਨ ਦਾ ਬਟਨ ਦਬਾਉਣਾ ਨਾ ਭੁੱਲੋ। ਸਿਟੀ ਲਾਈਵ ਤੋਂ ਮੈਂ ਅਨੂ ਸ਼ਰਮਾ, ਕੈਮਰਾਮੈਨ ਗੁਰਪ੍ਰੀਤ ਸਿੰਘ ਢਿੱਲੋਂ।